ਸਲੋਕ ਮਹਿਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੂ ਭਾਉ। ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਪ੍ਰਤੀਤ ਦਾ ਮਤਲਬ ਵਿਸ਼ਵਾਸ, ਯਕੀਨ, ਔਰ ਭਾਵ ਦਾ ਮਤਲਬ ਪਿਆਰ। ਜਿਸ ਮਨੁੱਖ ਨੂੰ ਸਤਿਗੁਰ ਦੀ ਪ੍ਰਤੀਤ ਨਹੀਂ ਆਈ, ਮਤਲਬ ਕਿ ਜਿਸ ਦਾ ਸਤਿਗੁਰ ਦੇ ਉੱਤੇ ਯਕੀਨ ਨਹੀਂ ਬਣਿਆ, ਵਿਸ਼ਵਾਸ ਨਹੀਂ ਬਣਿਆ, ਸ਼ਬਦ ਨਾ ਲਾਗੋ ਭਾਓ, ਔਰ ਗੁਰੂ ਦੇ ਉਪਦੇਸ਼ ਦੇ ਅੰਦਰ ਪ੍ਰੇਮ ਪੈਦਾ ਨਹੀਂ ਹੋਇਆ, ਪਿਆਰ ਨਹੀਂ ਲੱਗਿਆ। ਜੇ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਔਰ ਪਿਆਰ ਨਹੀਂ, ਤਾਂ ਇਸ ਦਾ ਰਿਜ਼ਲਟ ਕੀ ਨਿਕਲੇਗਾ ਉਹ ਅਗਲੀ ਪੰਕਤੀ ਦੇ ਅੰਦਰ ਦੱਸ ਰਹੇ ਨੇ। ਪਰ ਸਭ ਤੋਂ ਪਹਿਲੀਆਂ ਦੋ ਚੀਜ਼ਾਂ ਨੇ। ਇੱਕ ਤਾਂ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਗੁਰੂ ਅਪੁੱਲ ਹੈ। ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੀ ਸਾਡੇ ਵਾਸਤੇ ਭਲੇ ਵਾਸਤੇ ਹੈ। ਗੁਰੂ ਦੀ ਪਾਵਨ ਬਾਣੀ ਜੋ ਹੈ ਇਹ ਯੂਨੀਵਰਸਲ ਟਰੁੱਥ ਹੈ। ਗੁਰੂ ਦੀ ਪਾਵਨ ਬਾਣੀ ਆਦਿ ਜੁਗਾਦੀ ਹੈ, ਸਰਬ ਸਾਂਝੀ ਹੈ, ਸਰਬ ਦੇਸ਼ੀ ਹੈ, ਸਰਬ ਕਾਲੀ। ਯਾਨੀ ਸਾਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਗੁਰੂ ਦੀ ਪਾਵਨ ਬਾਣੀ ਸਰਬ ਸਾਂਝੀ ਹੈ, ਸਰਬ ਦੇਸ਼ੀ ਹੈ ਔਰ ਸਰਬ ਕਾਲੀ ਹੈ। ਸਰਬ ਸਾਂਝੀ ਦਾ ਮਤਲਬ ਕਿ ਪੂਰੀ ਮਨੁੱਖਤਾ ਵਾਸਤੇ ਹੈ। ਸਰਬ ਦੇਸ਼ੀ ਦਾ ਮਤਲਬ ਕਿ ਇਹ ਹਰ ਥਾਂ ਦੇ ਉੱਤੇ ਇਹਨਾਂ ਸਿਧਾਂਤਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ, ਹਰ ਦੇਸ਼, ਹਰ ਜਗ੍ਹਾ ਦੇ ਉੱਤੇ। ਔਰ ਸਰਬ ਕਾਲੀ ਦਾ ਮਤਲਬ ਹਰ ਵਕਤ, ਬੀਤ ਗਏ ਸਮੇਂ ਵਿੱਚ ਵੀ, ਅੱਜ ਵੀ, ਆਉਣ ਵਾਲੇ ਸਮੇਂ ਵਿੱਚ ਵੀ ਇਹ ਸੱਚੀ ਸੀ। ਅੱਜ ਵੀ ਇਹਨਾਂ ਅਸੂਲਾਂ ਮੁਤਾਬਕ ਜ਼ਿੰਦਗੀ ਜੀਵੀ ਜਾ ਸਕਦੀ ਹੈ, ਬੀਤ ਗਏ ਸਮੇਂ ਵਿੱਚ ਵੀ ਜੀਵੀ ਜਾ ਸਕਦੀ ਸੀ, ਔਰ ਆਉਣ ਵਾਲੇ ਸਮੇਂ ਦੇ ਅੰਦਰ ਵੀ ਜੀਵੀ ਜਾ ਸਕਦੀ ਹੈ। ਇਹ ਵਿਸ਼ਵਾਸ ਹੋਣਾ ਚਾਹੀਦਾ ਹੈ। ਦੂਜੀ ਗੱਲ ਹੈ ਕਿ ਸਾਡਾ ਇਹਨਾਂ ਗੱਲਾਂ ਦੇ ਨਾਲ, ਗੁਰੂ ਦੀ ਫਿਲਾਸਫੀ ਦੇ ਨਾਲ, ਗੁਰੂ ਦੀ ਵਿਚਾਰਧਾਰਾ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ। ਸਾਨੂੰ ਇਹਨਾਂ ਚੀਜ਼ਾਂ ਨੂੰ ਮਨ ਕਰਕੇ ਮੰਨਣਾ ਚਾਹੀਦਾ ਹੈ। ਔਰ ਗੁਰੂ ਦੀ ਜੋ ਵਿਚਾਰਧਾਰਾ ਹੈ ਉਹ ਸਮਗਰ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਸਾਨੂੰ ਇਹ ਵਿਸ਼ਵਾਸ ਹੋਵੇ ਕਿ ਗੁਰੂ ਦੀ ਪਾਵਨ ਬਾਣੀ ਅਨੁਸਾਰ ਜ਼ਿੰਦਗੀ ਜੀਵਿਆਂ ਸਾਨੂੰ ਸੁਖ ਸ਼ਾਂਤੀ ਮਿਲ ਸਕਦੀ ਹੈ। ਤੇ ਦੂਜੀ ਗੱਲ, ਗੁਰੂ ਦੀ ਪਾਵਨ ਬਾਣੀ ਨਾਲ, ਗੁਰੂ ਦੇ ਸਿਧਾਂਤਾਂ ਨਾਲ, ਗੁਰੂ ਦੀ ਵਿਚਾਰਧਾਰਾ ਨਾਲ ਪਿਆਰ ਹੋਵੇ, ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਸਕੀਏ। ਹੁਣ ਇਸ ਚੀਜ਼ ਨੂੰ ਸਮਝੀਏ ਕਿ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇਹ ਵਿਸ਼ਵਾਸ ਵੀ ਨਹੀਂ ਹੈ, ਜੋ ਆਪਾਂ ਵਿਚਾਰਿਆ ਹੈ, ਗੁਰੂ ਦੀ ਪਾਵਨ ਬਾਣੀ ਤੇ ਸਿਧਾਂਤਾਂ ਤੇ ਵਿਸ਼ਵਾਸ ਵੀ ਨਹੀਂ, ਔਰ ਇਸ ਗੁਰੂ ਦੀ ਪਾਵਨ ਬਾਣੀ ਦੇ ਨਾਲ ਪਿਆਰ ਵੀ ਨਹੀਂ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੂ ਭਾਉ, ਨਾ ਤੇ ਵਿਸ਼ਵਾਸ ਹੈ ਔਰ ਨਾ ਹੀ ਗੁਰੂ ਦੇ ਉਪਦੇਸ਼ ਦੇ ਨਾਲ ਪ੍ਰੀਤ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਵੀ ਨਹੀਂ ਕੀਤਾ, ਨਾ ਵਿਸ਼ਵਾਸ ਹੈ ਨਾ ਇੰਪਲੀਮੈਂਟ ਕੀਤਾ, ਤਾਂ ਗੁਰੂ ਜੀ ਕਹਿੰਦੇ ਨੇ ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਉਸ ਇਨਸਾਨ ਨੂੰ ਕਦੇ ਸੁਖ ਨਹੀਂ ਪੈਦਾ ਹੋ ਸਕਦਾ ਉਹਦੀ ਜ਼ਿੰਦਗੀ ਵਿੱਚ, ਉਹਦੇ ਜੀਵਨ ਅੰਦਰ ਕਦੇ ਸ਼ਾਂਤੀ ਨਹੀਂ ਆ ਸਕਦੀ, ਭਾਵੇਂ 100 ਵਾਰੀ ਗੁਰੂ ਦੇ ਕੋਲ ਆਏ ਔਰ ਜਾਏ, ਭਾਵੇਂ 100 ਗੇੜਾ ਆਵੋ ਜਾਓ। ਦਿਨ ਵਿੱਚ 1-2 ਵਾਰੀ ਨਹੀਂ, ਭਾਵੇਂ 100 ਗੇੜੇ ਲਾਏ, 100 ਵਾਰੀ ਆਏ, 100 ਵਾਰੀ ਜਾਏ, ਮੱਥਾ ਟੇਕੇ, ਆਵੇ ਜਾਵੇ, ਬਵੇ ਖਲੋਵੇ। ਲੇਕਿਨ ਜੇ ਗੁਰੂ ਦੀ ਪਾਵਨ ਬਾਣੀ ਤੇ ਵਿਸ਼ਵਾਸ ਨਹੀਂ ਔਰ ਅਮਲ ਨਹੀਂ, ਤਾਂ ਭਾਵੇਂ ਸੈਂਕੜੇ ਗੇੜੇ ਬੰਦਾ ਮਾਰਦਾ ਰਹੇ, ਉਹਦੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਪੈਦਾ ਹੋ ਨਹੀਂ ਸਕਦੀ, ਉਹਦੇ ਜੀਵਨ ਅੰਦਰ ਸ਼ਾਂਤੀ ਆ ਨਹੀਂ ਸਕਦੀ। ਕਿਉਂਕਿ ਸੁਖ ਔਰ ਦੁੱਖ ਇਹ ਸਾਡੇ ਬਿਹੇਵੀਅਰ ਤੇ, ਸਾਡੀ ਸੋਚ ਤੇ ਡਿਪੈਂਡ ਕਰੇਗਾ। ਤੇ ਜੇ ਸੋਚ ਅੰਦਰ ਨੈਗੇਟਿਵਿਟੀ ਹੈ, ਸੋਚ ਅੰਦਰ ਪਾਪ ਅਪਰਾਧ ਨੇ, ਸੋਚ ਅੰਦਰ ਵਿਕਾਰ ਨੇ, ਮੇਰ ਤੇਰ ਦੇ ਵਿਤਕਰੇ ਨੇ, ਤਾਂ ਅੰਦਰ ਕਿਵੇਂ ਸ਼ਾਂਤੀ ਆਏਗੀ? ਇਸ ਲਈ ਸਾਨੂੰ ਚਾਹੀਦਾ ਹੈ, ਜੇ ਅਸੀਂ ਸੁਖ ਸ਼ਾਂਤੀ ਚਾਹੁੰਦੇ ਹਾਂ, ਤਾਂ ਗੁਰੂ ਦੀ ਫਿਲਾਸਫੀ ਦੇ, ਗੁਰੂ ਦੀ ਵਿਚਾਰਧਾਰਾ ਦੇ ਉੱਤੇ ਵਿਸ਼ਵਾਸ ਬਣਾਉਣਾ ਔਰ ਗੁਰੂ ਦੇ ਇਹਨਾਂ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਅੰਦਰ ਅਮਲੀ ਰੂਪ ਦੇਣਾ। ਜਿਹੜਾ ਵਿਸ਼ਵਾਸ ਨਹੀਂ ਕਰਦਾ ਔਰ ਜਿਸ ਦਾ ਜਿਹੜਾ ਇੰਪਲੀਮੈਂਟ ਨਹੀਂ ਕਰਦਾ, ਉਹ ਭਾਵੇਂ ਸੈਂਕੜੇ ਗੇੜੇ ਵੀ ਆਉਂਦਾ ਜਾਂਦਾ ਰਹੇ, ਉਹਨੂੰ ਸੁਖ ਨਹੀਂ ਮਿਲੇਗਾ। ਨਾਨਕ ਗੁਰਮੁਖ ਸਹਿਜ ਮਿਲੇ, ਸੱਚੇ ਸਿਉ ਲਿਵ ਲਾਓ। ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿੱਚ ਲਿਵ ਜੋੜੀਏ,
ਲਿਵ ਦਾ ਮਤਲਬ ਲਗਨ ਲਾਈਏ ਸੱਚੇ ਹਰੀ ਦੇ ਗੁਣਾਂ ਵਿੱਚ, ਸੱਚੇ ਹਰੀ ਦੇ ਹੁਕਮ ਵਿੱਚ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੀ ਪਾਵਨ ਬਾਣੀ ਨੂੰ ਇੰਪਲੀਮੈਂਟ ਕਰਕੇ। ਤਾਂ ਫਿਰ ਕੀ ਹੁੰਦਾ ਹੈ, ਸਹਿਜ ਮਿਲੇ, ਫਿਰ ਸਹਿਜ ਸੁਭਾਵਕ ਹੀ ਪ੍ਰਭੂ ਮਿਲ ਪੈਂਦਾ ਹੈ। ਫਿਰ ਸਹਿਜ ਸੁਭਾਵਕ ਹੀ ਸਾਨੂੰ ਸੁਖ ਮਿਲ ਜਾਂਦਾ ਹੈ, ਆਨੰਦ ਮਿਲ ਜਾਂਦਾ ਹੈ, ਖੇੜਾ ਮਿਲ ਜਾਂਦਾ ਹੈ, ਪ੍ਰਭੂ ਦੇ ਅੰਦਰ ਮਿਲਾਪ ਹੋ ਜਾਂਦਾ ਹੈ। ਕਦੋਂ? ਗੁਰਮੁਖ ਸਹਿਜ ਮਿਲੇ, ਜਦੋਂ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਆ ਔਰ ਸੱਚੇ ਪ੍ਰਭੂ ਦੇ ਨਾਲ ਲਗਨ ਲਗਾਉਂਦੇ ਆ, ਯਾਨੀ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣਾ ਔਰ ਰੱਬੀ ਗੁਨਾਹ ਦੇ ਅੰਦਰ ਲਗਨ ਜਦੋਂ ਲਗਾਉਂਦੇ ਆ ਤਾਂ ਉਦੋਂ ਸਹਿਜ ਸੁਭਾਵਕ ਹੀ ਸਾਨੂੰ ਸੁਖ ਵੀ ਮਿਲ ਜਾਂਦਾ ਹੈ ਔਰ ਅਸੀਂ ਪ੍ਰਭੂ ਦੇ ਅੰਦਰ ਵੀ ਮਿਲ ਜਾਂਦੇ। ਮਹਿਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਐ ਜਨਮ ਮਰਨ ਦੁਖ ਜਾਏ। ਇਹ ਸ਼ਬਦ ਸੇਵੀਏ ਨਹੀਂ ਪੜਨਾ, ਸੇਵਿਐ। ਖੋਜ ਲਓ ਦਾ ਮਤਲਬ ਲੱਭ ਲਓ, ਢੂੰਡ ਲਓ। ਜਨਮ ਮਰਨ ਦੁਖ ਜਾਏ, ਜਨਮ ਮਰਨ ਦਾ ਮਤਲਬ ਹੈ ਜੰਮਣ ਤੋਂ ਲੈ ਕੇ ਮਰਨ ਤੱਕ ਦਾ ਦੁੱਖ। ਜਨਮ ਤੋਂ ਲੈ ਕੇ ਮਰਨ ਤੱਕ ਦਾ ਦੁੱਖ, ਸਾਰੀ ਜ਼ਿੰਦਗੀ ਦਾ ਦੁੱਖ। ਗੁਰੂ ਜੀ ਕਹਿੰਦੇ ਹਨ, ਐ ਮੇਰੇ ਮਨ ਇਹੋ ਜਿਹਾ ਸਤਿਗੁਰ ਖੋਜ ਕੇ ਲੱਭ, ਜਿਹਦੀ ਸੇਵਾ ਕੀਤਿਆਂ ਤੇਰਾ ਸਾਰੀ ਜ਼ਿੰਦਗੀ ਦਾ ਦੁੱਖ ਦੂਰ ਹੋ ਜਾਏ, ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਰਾ ਦੁੱਖ ਹੀ ਦੂਰ ਹੋ ਜਾਏ। ਐਸੇ ਸਤਿਗੁਰ ਦੀ ਖੋਜ ਕਰ, ਐਸੇ ਸਤਿਗੁਰ ਨੂੰ ਲੱਭ। ਮਤਲਬ ਕਿ ਐਸੇ ਸਤਿਗੁਰ ਦੀ ਸ਼ਰਨ ਲੈ, ਐਸੇ ਸਤਿਗੁਰ ਦੇ ਦੱਸੇ ਰਾਹਾਂ ਤੇ ਤੁਰ, ਜਿਨ੍ਹਾਂ ਰਾਹਾਂ ਤੇ ਤੁਰਿਆ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਰਾ ਦੁੱਖ ਦੂਰ ਹੋ ਜਾਏ। ਹੁਣ ਦੇਖੋ, ਜਨਮ ਤੋਂ ਲੈ ਕੇ ਮਰਨ ਤੱਕ ਜਿੰਨੇ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਨੇ ਜਾਂ ਪਰੇਸ਼ਾਨੀਆਂ ਨੇ, ਉਹਦਾ ਕਾਰਨ ਕੀ ਹੁੰਦਾ ਹੈ? ਉਹਦਾ ਕਾਰਨ ਇੱਕੋ ਹੀ ਹੁੰਦਾ ਹੈ ਕਿ ਆਪਣੇ ਜੀਵਨ ਦਾ ਜਿਹੜਾ ਢੰਗ ਹੈ ਉਹ ਠੀਕ ਨਹੀਂ ਹੈ। ਕਿਤੇ ਨਾ ਕਿਤੇ ਅਸੀਂ ਕੋਈ ਗਲਤੀ ਕਰ ਰਹੇ ਹਾਂ, ਕੋਈ ਅਸੀਂ ਭੁੱਲ ਕਰ ਰਹੇ ਹਾਂ। ਜੋ ਚੀਜ਼ਾਂ ਸੁੱਖ ਵਾਸਤੇ ਚਾਹੀਦੀਆਂ ਨੇ ਉਹ ਰਿਕੁਆਇਰਮੈਂਟ ਅਸੀਂ ਪੂਰੀ ਨਹੀਂ ਕਰ ਰਹੇ। ਜੈਸੀ ਜ਼ਿੰਦਗੀ ਜੀਣ ਦੇ ਨਾਲ ਸਾਨੂੰ ਸਫਲਤਾ ਮਿਲਦੀ ਹੈ, ਉਹੋ ਜਿਹੀ ਜ਼ਿੰਦਗੀ ਅਸੀਂ ਕਿਤੇ ਨਹੀਂ ਜੀ ਰਹੇ ਤਾਂ ਅਸੀਂ ਅਸਫਲ ਹੋ ਰਹੇ ਹਾਂ। ਜਿਹੜੇ ਕਰਮ ਕਰਨ ਦੇ ਨਾਲ ਸਾਡੇ ਜੀਵਨ ਵਿੱਚ ਖੁਸ਼ੀ ਪੈਦਾ ਹੋਣੀ ਹੈ, ਕਿਤੇ ਅਸੀਂ ਉਹਨਾਂ ਕਰਮਾਂ ਤੋਂ ਖੁੰਝੇ ਹੋਏ ਹਾਂ। ਜਿਨ੍ਹਾਂ ਕਰਮਾਂ ਨਾਲ ਚਿੰਤਾਵਾਂ ਪੈਦਾ ਹੁੰਦੀਆਂ ਨੇ, ਕਿਤੇ ਅਸੀਂ ਉਹ ਕਰਮ ਕਰ ਰਹੇ ਹਾਂ। ਮਤਲਬ ਕਿ ਅਸੀਂ ਆਪਣੇ ਜੀਵਨ ਦੀ ਸਹੀ ਡਾਇਰੈਕਸ਼ਨ ਤੋਂ ਗਲਤ ਹਾਂ, ਕਿਤੇ ਗਲਤ ਡਾਇਰੈਕਸ਼ਨ ਤੇ ਜਾ ਰਹੇ ਹਾਂ। ਤੇ ਗੁਰੂ ਨੇ ਸਾਨੂੰ ਜੀਵਨ ਦਾ ਢੰਗ ਦੱਸਣਾ ਹੈ। ਇਸ ਲਈ ਐਸੇ ਗੁਰੂ ਦੀ ਖੋਜ ਕਰ, ਭਾਵ ਐਸੇ ਗੁਰੂ ਦੇ ਦੱਸੇ ਰਾਹਾਂ ਤੇ ਤੁਰ। ਹੁਣ ਜੇ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੀਏ, ਤਾਂ ਹਕੀਕਤ ਹੈ ਕਿ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਡੇ ਸਾਰੇ ਦੁੱਖ ਦੂਰ ਹੋ ਸਕਦੇ ਨੇ। ਦੇਖੋ, ਜੋ ਬਚਪਨ ਹੈ ਸਾਡਾ, ਉਹਦੇ ਵਾਸਤੇ ਗੁਰੂ ਜੀ ਨੇ ਸਾਨੂੰ ਕਿੰਨਾ ਪਿਆਰਾ ਏਮ ਦਿੱਤਾ ਹੈ ਨਾ। ਪੂਤਾ ਮਾਤਾ ਕੀ ਆਸ਼ੀਸ਼, ਨਿਮਕ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਯਾਨੀ ਇਹਨਾਂ ਗੁਣਾਂ ਦੇ ਧਾਰਨੀ ਹੋਣਾ ਹੈ। ਤੇ ਜੇ ਬਚਪਨ ਇਹਨਾਂ ਗੁਣਾਂ ਵਿੱਚ ਗੁਜ਼ਰਦਾ ਹੈ, ਹੁਕਮ ਨੂੰ, ਸਿਸਟਮ ਨੂੰ ਫੋਲੋ ਕਰਦਾ ਹੈ, ਤਾਂ ਬੱਚੇ ਜਿਹੜੇ ਨੇ ਉਹਨਾਂ ਵਿੱਚ ਚੰਗੇ ਗੁਣ ਡਿਵੈਲਪ ਹੋਣਗੇ, ਉਹ ਚੰਗੀ ਪੜ੍ਹਾਈ ਕਰਨਗੇ, ਆਪਣੇ ਸਿੱਧੇ ਰਾਹਾਂ ਵੱਲ ਵਧਣਗੇ, ਉਹਨਾਂ ਦਾ ਬੇਸ ਚੰਗਾ ਬਣੇਗਾ। ਜਿਨ੍ਹਾਂ ਦੇ ਬਚਪਨ ਦਾ ਬੇਸ ਚੰਗਾ ਹੋਏਗਾ, ਫਿਰ ਅੱਗੇ ਜਵਾਨੀ ਆਣੀ ਹੈ। ਤੇ ਜਵਾਨੀ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਉਦਮ ਕਰਿੰਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਨ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਜਵਾਨੀ ਦੇ ਅੰਦਰ ਬੰਦਾ ਕਿਰਤ ਕਰੇਗਾ, ਮਿਹਨਤ ਕਰੇਗਾ, ਸੱਚ ਦੇ ਰਾਹਾਂ ਨੂੰ ਅਪਣਾਏਗਾ, ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇਗਾ, ਸੱਚ ਨੂੰ ਆਧਾਰ ਬਣਾ ਕੇ, ਤਾਂ ਜਵਾਨੀ ਵਿੱਚ ਵੀ ਸਫਲਤਾ, ਖੁਸ਼ੀ ਮਿਲੇਗੀ। ਅੱਗੇ ਚੱਲ ਕੇ ਬੁਢੇਪਾ ਹੈ, ਤਾਂ ਬੁਢੇਪੇ ਵਿੱਚ ਵੀ ਸਾਡੇ ਕੁਝ ਫਰਜ਼ ਨੇ। ਬੁਢੇਪੇ ਦੇ ਅੰਦਰ ਵੀ ਬੰਦੇ ਦੇ ਅੰਦਰ ਪੋਜ਼ਿਟਿਵ ਥਿੰਕਿੰਗ ਰਹੇਗੀ, ਸਕਾਰਾਤਮਕ ਸੋਚ ਰਹੇਗੀ, ਤਾਂ ਉਹਦੇ ਬੁਢੇਪੇ ਦੇ ਅੰਦਰ ਵੀ ਸੁਖ ਸ਼ਾਂਤੀ ਬਣੀ ਰਹੇਗੀ। ਗੱਲ ਤਾਂ ਜ਼ਿੰਦਗੀ ਜੀਣ ਦੇ ਢੰਗ ਦੀ ਹੈ। ਤੇ ਜੇ ਕੋਈ ਬੰਦਾ ਬਚਪਨ ਵਿੱਚ ਹੀ ਬੱਚਾ ਕੋਈ ਵਿਗੜ ਗਿਆ ਹੈ, ਉਹਦੇ ਅੰਦਰ ਵਿਕਾਰ ਨੇ, ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰਦਾ, ਮਾਂ-ਬਾਪ ਦੀ ਆਗਿਆ ਨਹੀਂ ਮੰਨਦਾ ਜਾਂ ਗਲਤ ਕਰਮ ਕਰਦਾ ਹੈ, ਤਾਂ ਬਚਪਨ ਵੀ ਖਰਾਬ ਹੋਏਗਾ। ਜੇ ਬੰਦਾ ਜਵਾਨੀ ਦੇ ਅੰਦਰ ਨਸ਼ੇ ਕਰਦਾ ਹੈ, ਕੰਮਕਾਰ ਨਹੀਂ ਕਰਦਾ, ਮਾੜੇ ਕਰਮ ਕਰਦਾ ਹੈ, ਤੇ ਜਵਾਨੀ ਬੇਕਾਰ ਹੋ ਜਾਏਗੀ। ਤੇ ਜੇ ਬੁਢੇਪੇ ਦੇ ਅੰਦਰ ਆਣ ਕੇ
ਬੰਦਾ ਆਪਣੇ ਸੁਭਾਅ ਨੂੰ ਨਹੀਂ ਬਦਲਦਾ ਤਾਂ ਬੁਢੇਪੇ ਵਿੱਚ ਵੀ ਦੁਖੀ ਹੋਏਗਾ। ਬਾਲ ਜਵਾਨੀ ਅਰ ਬਿਰਧ ਫੁਨ तीन अवस्था जान, कहो नानक हर भजन बिन बिरथा सब ही मान। सारा कुछ बेकार हो जाएगा ना। ਤਾਂ ਇਸ ਲਈ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਦੁੱਖ ਤੇਰੇ ਖਤਮ ਹੋ ਜਾਣ, ਐਸੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ। ਸਹਿਸਾ ਮੂਲ ਨਾ ਹੋਵਈ ਹਉਮੈ ਸ਼ਬਦ ਜਲਾਏ। ਸਹਿਸਾ ਦਾ ਮਤਲਬ ਤੌਖਲਾ, ਸੰਸਾ, ਚਿੰਤਾ। ਮੂਲ ਨਾ ਦਾ ਮਤਲਬ ਕਦੇ ਵੀ, ਸ਼ਬਦ ਦਾ ਮਤਲਬ ਸ਼ਬਦ ਰਾਹੀਂ, ਹਉਮੈ ਦਾ ਮਤਲਬ ਸਾਡੀ ਈਗੋ, ਜਲਾਏ ਦਾ ਮਤਲਬ ਸਾੜ ਦੇ। ਕਦੇ ਉੱਕਾ ਹੀ ਚਿੰਤਾ ਨਾ ਹੋਵੇ ਜੇ ਤੂੰ ਗੁਰੂ ਦੇ ਸ਼ਬਦ ਨਾਲ ਆਪਣੀ ਹਉਮੈ ਨੂੰ ਸਾੜ ਦਵੇਂ। ਗੁਰੂ ਦੇ ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦਾ ਉਪਦੇਸ਼। ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਕੇ ਜੇ ਤੂੰ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਸਾੜ ਦਵੇਂ ਤਾਂ ਤੇਰੇ ਜੀਵਨ ਦੇ ਅੰਦਰ ਕੋਈ ਤੌਖਲਾ ਨਹੀਂ ਰਹੇਗਾ। ਤੇਰੇ ਜੀਵਨ ਦੇ ਅੰਦਰ ਫਿਰ ਕੋਈ ਚਿੰਤਾ ਨਹੀਂ ਰਹੇਗੀ, ਕੋਈ ਸਹਿਮ ਨਹੀਂ ਰਹੇਗਾ, ਤੇਰੀ ਹਉਮੈ ਮੁੱਕ ਜਾਏ। ਤੇ ਹਉਮੈ ਮੁੱਕਣ ਦਾ ਮਤਲਬ ਇਹ ਹੈ ਕਿ ਰੱਬੀ ਹੁਕਮ ਦੇ ਵਿੱਚ ਬੰਦਾ ਤੁਰੇ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿਣਾ ਕੋਈ, ਰੱਬੀ ਰਜ਼ਾ ਵਿੱਚ ਤੁਰੇ। ਜਿਸ ਦੇ ਅੰਦਰ ਹਉਮੈ ਨਹੀਂ ਹੈ ਉਹ ਰੱਬੀ ਰਜ਼ਾ ਵਿੱਚ ਤੁਰੇਗਾ। ਤੇ ਹਉਮੈ ਦੀ ਨਿਸ਼ਾਨੀ ਇਹ ਹੈ ਕਿ ਬੰਦਾ ਇਹ ਸੋਚਦਾ ਹੈ ਕਿ ਮੈਂ ਹੁਕਮ ਤੋਂ ਬਾਹਰ ਵੀ ਕੁਝ ਕਰ ਸਕਦਾ ਹਾਂ, ਰੱਬੀ ਹੁਕਮ ਤੋਂ ਬਾਹਰ ਵੀ ਮੈਂ ਸੁੱਖ ਪਾ ਸਕਦਾ ਹਾਂ, ਯਾਨੀ ਸਿਸਟਮ ਤੋਂ ਉਲਟ ਚੱਲ ਕੇ ਵੀ ਮੈਂ ਸੁੱਖ ਪਾ ਸਕਦਾ। ਤਾਂ ਐਸਾ ਕਦੇ ਵੀ ਨਹੀਂ ਹੋਣਾ। ਗੁਰੂ ਜੀ ਕਹਿੰਦੇ ਨੇ ਜੇ ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਗਿਆਨ ਰਾਹੀਂ ਤੂੰ ਆਪਣੇ ਆਪ ਖੁਦਰਾਪਨ ਨੂੰ ਖਤਮ ਕਰ ਦੇ, ਆਪਣੀ ਹਉਮੈ ਨੂੰ ਤੂੰ ਸਾੜ ਦੇਵੇਂ, ਤਾਂ ਤੇਰੀ ਜ਼ਿੰਦਗੀ ਦੇ ਅੰਦਰ ਕਦੇ ਸੰਸਾ ਨਹੀਂ ਪੈਦਾ ਹੋਏਗਾ। ਸਹਿਮ ਔਰ ਤੌਖਲੇ ਤੇਰੇ ਜੀਵਨ ਦੇ ਅੰਦਰੋਂ ਮਿਟ ਜਾਣਗੇ। ਅਗਲਾ ਬਚਨ ਕਰਦੇ ਨੇ, ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ। ਗੁਰੂ ਦੇ ਚਰਨਾਂ ਦੀ ਸ਼ਰਨ ਲੈ, ਜਿਸ ਕਰਕੇ ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ। ਕੂੜੇ ਕੀ ਪਾਲ ਦਾ ਮਤਲਬ ਕੂੜ ਦੀ ਕੰਧ, ਵਿੱਚੋਂ ਨਿਕਲੇ ਦਾ ਮਤਲਬ ਤੇਰੇ ਅੰਦਰੋਂ ਨਿਕਲ ਜਾਏ। ਹੁਣ ਮੇਰੇ ਔਰ ਰੱਬ ਦੇ ਦਰਮਿਆਨ ਇੱਕ ਕੂੜ ਦੀ ਪਾਲ ਹੀ ਹੈ ਨਾ, ਹਉਮੈ ਕਹਿ ਲੋ, ਕੂੜ ਕਹਿ ਲੋ, ਇੱਕ ਦੀਵਾਰ ਹੀ ਹੈ ਨਾ, ਇੱਕ ਪਰਦਾ ਹੀ ਹੈ। ਮੈਂ ਆਪਣੇ ਆਪ ਨੂੰ ਰੱਬ ਤੋਂ ਵੱਖਰੀ ਹਸਤੀ ਮੰਨੀ ਬੈਠਾ ਹਾਂ। ਮੇਰੇ ਔਰ ਤੁਹਾਡੇ ਅੰਦਰ ਇੱਕ ਕੂੜ ਦੀ ਪਾਲ ਹੀ ਹੈ ਨਾ, ਕਿ ਮੈਂ ਆਪਣੇ ਆਪ ਨੂੰ ਵੱਖਰੀ ਜਾਤ ਦਾ ਤੇ ਤੁਹਾਨੂੰ ਵੱਖਰੀ ਜਾਤ ਦਾ ਮੰਨੀ ਬੈਠਾ। ਮੇਰੇ ਔਰ ਤੁਹਾਡੇ ਅੰਦਰ ਕੂੜ ਦੀ ਪਾਲ ਹੀ ਹੈ ਨਾ ਇੱਕ, ਕਿ ਮੈਂ ਆਪਣੇ ਆਪ ਨੂੰ ਹੋਰ ਤੇ ਤੁਹਾਨੂੰ ਹੋਰ ਸਮਝਦਾ, ਆਪਣੇ ਆਪ ਨਾਲ ਬਿਹੇਵੀਅਰ ਹੋਰ ਔਰ ਤੁਹਾਡੇ ਨਾਲ ਹੋਰ ਤਰ੍ਹਾਂ ਦਾ ਕਰਦਾ। ਇਹ ਪਾਲਾਂ ਹੀ ਨੇ ਨਾ, ਕੰਧਾਂ ਹੀ ਨੇ ਨਾ ਸਾਨੂੰ ਦੂਰ ਕੀਤਾ ਹੋਇਆ ਹੈ। ਮੈਂ ਤੁਹਾਡੇ ਤੋਂ ਦੂਰ ਕਿਉਂ ਹਾਂ? ਤੁਸੀਂ ਮੇਰੇ ਤੇ ਵਿਸ਼ਵਾਸ ਕਿਉਂ ਨਹੀਂ ਕਰਦੇ? ਕਿਉਂਕਿ ਮੈਂ ਝੂਠ ਬੋਲਦਾ ਹਾਂ। ਇਸ ਝੂਠ ਕਰਕੇ ਮੇਰੇ ਤੇ ਵਿਸ਼ਵਾਸ ਨਹੀਂ ਕਰ ਰਹੇ। ਮੇਰੇ ਔਰ ਤੁਹਾਡੇ ਅੰਦਰ ਦੂਰੀ ਕਿਉਂ ਹੈ? ਕਿਉਂਕਿ ਸਾਡੇ ਅੰਦਰ ਈਰਖਾ ਹੈ, ਅਸੀਂ ਜੈਲਸੀ ਕਰ ਰਹੇ ਹਾਂ। ਤਾਂ ਜੇਕਰ ਸਾਡੀ ਜ਼ਿੰਦਗੀ ਦੇ ਅੰਦਰੋਂ ਇਹ ਕੂੜ ਆਦਿਕ ਦੀ ਪਾਲ ਨਿਕਲ ਜਾਏ ਤਾਂ ਬੰਦਾ ਬੰਦੇ ਦੇ ਨੇੜੇ ਆ ਜਾਏਗਾ। ਜੇ ਹਉਮੈ ਦੀ ਦੀਵਾਰ ਨਿਕਲ ਜਾਏ, ਬੰਦਾ ਰੱਬ ਦੇ ਵਿੱਚ ਮਿਲ ਜਾਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ, ਜਿਸ ਕਰਕੇ ਤੇਰੇ ਅੰਦਰੋਂ ਕੂੜ ਦੀ ਕੰਧ, ਹਉਮੈ ਦੀ ਕੰਧ ਡਿੱਗ ਜਾਏ, ਸੱਚ ਵਸੈ ਮਨ ਆਏ, ਔਰ ਤੇਰੇ ਅੰਦਰ ਆਣ ਕੇ ਸੱਚ ਵਸ ਜਾਏ। ਹਉਮੈ ਨਿਕਲੇ, ਮਨ ਦੀ ਮਤ ਖਤਮ ਹੋਵੇ, ਝੂਠ ਵਿੱਚੋਂ ਖਤਮ ਹੋਏ, ਔਰ ਸੱਚ ਵਸੇ ਆਣ ਕੇ ਹਿਰਦੇ ਦੇ ਅੰਦਰ, ਸੋਚ ਅੰਦਰ, ਬੋਲਾਂ ਵਿੱਚ, ਬਿਹੇਵੀਅਰ ਦੇ ਅੰਦਰ ਸੱਚ ਵਸੇ। ਇਸ ਲਈ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ। ਅੰਤਰ ਸ਼ਾਂਤ ਮਨ ਸੁਖ ਹੋਏ, ਸੱਚ ਸੰਜਮ ਕਾਰ ਕਮਾਏ। ਐਸੇ ਗੁਰੂ ਦੇ ਰਾਹਾਂ ਤੇ ਚੱਲ, ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ, ਸੰਜਮ ਵਿੱਚ ਸੱਚੀ ਕਾਰ ਤੇਰੇ ਅੰਦਰ ਆ ਜਾਏ, ਸ਼ਾਂਤੀ ਤੇਰੇ ਅੰਦਰ ਆ ਜਾਏ। ਅੰਤਰ ਸ਼ਾਂਤ, ਤੇਰੇ ਅੰਦਰ ਸ਼ਾਂਤੀ ਆ ਜਾਏ। ਮਨ ਸੁਖ ਹੋਏ, ਤੇਰੇ ਮਨ ਦੇ ਅੰਦਰ ਸੁਖ ਪੈਦਾ ਹੋ ਜਾਏ, ਔਰ ਤੇਰੇ ਅੰਦਰ ਸੰਜਮ ਆ ਜਾਏ। ਤੇਰੇ ਅੰਦਰ ਜੀਵਨ ਦਾ ਜਿਹੜਾ ਤੇਰਾ ਢੰਗ ਹੈ ਉਹ ਬਿਲਕੁਲ ਠੀਕ ਹੋ ਜਾਏ, ਔਰ ਸੰਜਮ ਦੇ ਅੰਦਰ ਤੂੰ ਕਾਰ ਕਰੇ। ਐਸੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ, ਜਿੱਥੋਂ ਤੈਨੂੰ ਵੇ ਆਫ ਲਾਈਫ ਮਿਲੇ, ਜੀਵਨ ਦਾ ਢੰਗ ਮਿਲੇ। ਉਸ ਜੀਵਨ ਦੇ ਢੰਗ ਨਾਲ ਤੇਰੇ ਅੰਦਰ ਸ਼ਾਂਤੀ ਆ ਜਾਏ, ਤੇਰੇ ਮਨ ਦੇ ਅੰਦਰ ਸੁਖ ਆ ਕੇ ਵਸ ਜਾਏ। ਇਹ ਸਾਰਾ ਕੁਝ ਕਦੋਂ ਹੋਏਗਾ? ਜਦੋਂ ਸਾਨੂੰ ਗੁਰੂ ਦੀ ਪਾਵਨ ਬਾਣੀ ਤੇ ਵਿਸ਼ਵਾਸ ਹੋਏਗਾ, ਔਰ ਨਾਲ ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗੇ। ਤੇ ਜੇ ਵਿਸ਼ਵਾਸ ਵੀ ਨਹੀਂ, ਇੰਪਲੀਮੈਂਟ ਵੀ ਨਹੀਂ,
ਤਾਂ ਫਿਰ ਭਾਵੇਂ 100 ਗੇੜੇ ਰੋਜ਼ ਮਾਰੀ ਜਾਓ, ਫਿਰ ਕੁਛ ਹੋਣ ਵਾਲਾ ਨਹੀਂ ਹੈ। ਨਾਨਕ ਪੂਰੇ ਕਰਮ ਸਤਿਗੁਰ ਮਿਲੇ, ਹਰ ਜੀਓ ਕਿਰਪਾ ਕਰੇ ਰਜ਼ਾਏ। ਇਹਨੂੰ ਰਜ਼ਾਏ ਨਹੀਂ ਬੋਲਣਾ, ਜੱਜੇ ਦੇ ਪੈਰ ਥੱਲੇ ਬਿੰਦੀ ਲਾ ਕੇ ਰਜ਼ਾਏ। ਜਦੋਂ ਹਰੀ ਆਪਣੀ ਰਜ਼ਾ ਵਿੱਚ ਮਿਹਰ ਕਰਦਾ ਹੈ, ਤਦੋਂ ਇਹੋ ਜਿਹਾ ਸਤਿਗੁਰੂ ਪੂਰੀ ਬਖਸ਼ਿਸ਼ ਦੇ ਨਾਲ ਮਿਲ ਪੈਂਦਾ ਹੈ। ਜਦੋਂ ਹਰੀ ਮਿਹਰ ਕਰਦਾ ਹੈ, ਤਾਂ ਇਹੋ ਜਿਹਾ ਸਤਿਗੁਰੂ ਜਿਹੜਾ ਹੈ ਉਹ ਸਾਨੂੰ ਮਿਲ ਪੈਂਦਾ ਹੈ। ਹੁਣ ਦੇਖੋ ਰੱਬ ਦੀ ਮਿਹਰ ਕੀ ਹੈ, ਕਿ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਰੱਬ ਦੀ ਮਿਹਰ ਚਾਰ ਚੁਫੇਰੇ ਹਰ ਵਕਤ ਬਰਸ ਰਹੀ ਹੈ। ਕੋਈ ਥਾਂ ਕੋਈ ਸਮਾਂ ਐਸਾ ਨਹੀਂ ਕਿ ਜਦੋਂ ਰਹਿਮਤ ਬਖਸ਼ਿਸ਼ ਨਾ ਹੋ ਰਹੀ ਹੋਵੇ। ਅਸੀਂ ਸਿਰਫ ਰਹਿਮਤ ਔਰ ਬਖਸ਼ਿਸ਼ ਦੇ ਪਾਤਰ ਬਣਨਾ ਹੈ। ਸਾਡੇ ਅੰਦਰ ਸ਼ੁਭ ਗੁਣ ਹਰ ਵਕਤ ਮੌਜੂਦ ਨੇ, ਅਸੀਂ ਤਾਂ ਸਿਰਫ ਉਹਨਾਂ ਸ਼ੁਭ ਗੁਣਾਂ ਨੂੰ ਵਰਤਣਾ ਹੈ। ਅਸੀਂ ਤਾਂ ਵਰਤਣਾ ਹੈ। ਗੁਰੂ ਸਾਡੇ ਅੰਗ ਸੰਗ ਹੈ, ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿਣਾ ਹੈ। ਗੁਰੂ ਰਹਿਮਤ ਕਰੇ, ਅਸੀਂ ਰੱਬ ਦੀ ਇਸ ਰਹਿਮਤ ਦੇ ਪਾਤਰ ਬਣੀਏ, ਰੱਬ ਦੀ ਰਹਿਮਤ ਦੇ ਪਾਤਰ ਬਣੀਏ ਔਰ ਗੁਰੂ ਦੱਸੇ ਰਾਹਾਂ ਤੇ ਤੁਰੀਏ। ਇਹ ਚੀਜ਼ਾਂ ਇੰਟਰ ਰਿਲੇਟਡ ਨੇ। ਜਦੋਂ ਅਸੀਂ ਗੁਰੂ ਦੀ ਰਾਹਾਂ ਤੇ ਚੱਲਾਂਗੇ ਤੇ ਰੱਬ ਦੀ ਕਿਰਪਾ ਦੇ ਪਾਤਰ ਬਣ ਜਾਵਾਂਗੇ। ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੀ ਰੱਬ ਦੀ ਕਿਰਪਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੀ ਰੱਬ ਦੀ ਕਿਰਪਾ। ਗੁਰੂ ਦੀ ਪਾਵਨ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲੈਣਾ ਹੀ ਰੱਬ ਦੀ ਕਿਰਪਾ ਹੈ। ਜਿਹੜਾ ਪਾਣਾ ਚਾਹੁੰਦਾ ਪਾ ਲੈ, ਜਿਹੜਾ ਨਹੀਂ ਪਾਣਾ ਚਾਹੁੰਦਾ ਭਾਈ ਵਾਂਝਾ ਤੇ ਰਹਿ ਹੀ ਜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਰਹਿਮਤ ਬਖਸ਼ਿਸ਼ ਰਾਹੀਂ ਜਦੋਂ ਗੁਰੂ ਦਾ ਮਿਲਾਪ ਹੁੰਦਾ ਹੈ, ਗੁਰੂ ਰਹਿਮਤ ਕਰਦਾ ਹੈ, ਤਾਂ ਉਦੋਂ ਸਾਨੂੰ ਪ੍ਰਭੂ ਮਿਲਦਾ ਹੈ। ਪ੍ਰਭੂ ਦੀ ਰਹਿਮਤ ਹੁੰਦੀ ਹੈ, ਉਦੋਂ ਸਾਡਾ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੇ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਇੱਥੇ ਦੀਵਾਨ ਉਹ ਹਾਕਮ ਜਿਹਦੇ ਕੋਲ ਦਾਦ ਫਰਿਆਦ ਸੁਣੀ ਜਾਂਦੀ ਸਾਡੀ। ਦੀਵਾਨ ਦਾ ਮਤਲਬ ਇੱਥੇ ਹੈ ਹਾਕਮ। ਮੁੱਠੀ ਦਾ ਮਤਲਬ ਮੁੱਠ ਵਿੱਚ ਆਉਣਾ, ਵਸ ਵਿੱਚ ਆਉਣਾ। ਜਿਸ ਕੇ ਘਰ ਦਾ ਮਤਲਬ ਜਿਹਦੇ ਹਿਰਦੇ ਅੰਦਰ, ਜਿਸ ਦੀ ਸੋਚ ਦੇ ਅੰਦਰ, ਜਿਸ ਮਨੁੱਖ ਦੇ ਹਿਰਦੇ ਵਿੱਚ ਸਭ ਦਾ ਹਾਕਮ ਪ੍ਰਭੂ ਵਸਦਾ ਹੋਵੇ। ਜਿਸ ਕੇ ਘਰ ਦਾ ਮਤਲਬ ਜਿਸ ਦੀ ਸੋਚ ਵਿੱਚ। ਦੀਵਾਨ ਦਾ ਮਤਲਬ ਹਾਕਮ, ਦੀਵਾਨ ਹਰ ਦਾ ਮਤਲਬ ਰੱਬ ਰੂਪ ਹਾਕਮ ਜੋ ਸਾਰਿਆਂ ਦਾ ਮਾਲਕ ਹੈ। ਹੋਵੇ ਦਾ ਮਤਲਬ ਵਸਦਾ ਹੋਵੇ। ਜਿਹਦੀ ਸੋਚ ਦੇ ਅੰਦਰ ਸਾਰਿਆਂ ਦਾ ਮਾਲਕ ਰੱਬ ਵਸਦਾ ਹੋਵੇ। ਇਸ ਕੀ ਮੁੱਠੀ ਵਿੱਚ ਜਗਤ ਸਭ ਆਇਆ, ਸਾਰਾ ਸੰਸਾਰ ਉਹਦੇ ਵਸ ਵਿੱਚ ਆ ਜਾਂਦਾ ਹੈ। ਉਹ ਸੰਸਾਰ ਦਾ ਜੇਤੂ ਬਣ ਜਾਂਦਾ, ਸਾਰਾ ਸੰਸਾਰ ਉਹਦੇ ਵਸ ਵਿੱਚ। ਹੁਣ ਦੇਖੋ ਸਾਰਾ ਸੰਸਾਰ ਵਸ ਵਿੱਚ ਕਿਵੇਂ ਹੈ। ਇੱਕ ਤਾਂ ਇਹ ਸਾਰਾ ਸੰਸਾਰ ਹੈ ਜਿਹੜਾ ਖੰਡ ਮੰਡਲ ਬ੍ਰਹਿਮੰਡ ਨੇ, ਇਹ ਤਾਂ ਹੁਣ ਸਾਡੇ ਵਸ ਵਿੱਚ ਚੰਦਰਮਾ ਸੂਰਜ ਤੇ ਨਹੀਂ ਨਾ ਆ ਸਕਦੇ ਕਿ ਉਹ ਮੇਰੇ ਹੁਕਮ ਅਨੁਸਾਰ ਚੱਲਣਾ ਸ਼ੁਰੂ ਕਰ ਦੇਣ। ਮੈਂ ਕਹਾਂ ਵੀ ਹੁਣ ਸੂਰਜ ਛਿਪ ਜਾਏ ਤੇ ਛਿਪ ਜਾਏ, ਮੈਂ ਕਹਾਂ ਤੇ ਚੜ ਜਾਏ, ਐਵੇਂ ਤੇ ਨਹੀਂ ਹੋਣਾ। ਸੰਸਾਰ ਵਸ ਵਿੱਚ ਆਉਣ ਦਾ ਮਤਲਬ ਹੈ ਕਿ ਜੋ ਸਾਡੇ ਸੰਸਾਰ ਦਾ ਮੋਹ ਹੈ ਨਾ, ਉਹ ਸਾਡੇ ਵਸ ਵਿੱਚ ਆ ਜਾਂਦਾ ਹੈ। ਸਾਡਾ ਆਪਣਾ ਇੱਕ ਸੰਸਾਰ ਹੈ, ਉਹ ਵਸ ਵਿੱਚ ਆ ਜਾਂਦਾ ਹੈ। ਕਿਹੜਾ ਸੰਸਾਰ ਹੈ? ਸਾਡਾ ਆਪਣਾ। ਆ ਜਿਹੜੇ ਸਾਡੇ ਗਿਆਨ ਇੰਦਰੇ ਨੇ, ਅੱਖਾਂ ਨੇ, ਕੰਨ ਨੇ, ਜ਼ਬਾਨ ਹੈ, ਹੱਥ ਨੇ, ਪੈਰ ਨੇ, ਮਨ ਹੈ, ਇਹ ਸਾਡੇ ਵਸ ਦੇ ਵਿੱਚ ਨਹੀਂ ਹੈ ਨਾ। ਆਮ ਆਦਮੀ ਦੇ ਵਸ ਦੇ ਅੰਦਰ ਨਹੀਂ ਹੈ। ਤੇ ਜਿਹਦੇ ਹਿਰਦੇ ਦੇ ਅੰਦਰ ਰੱਬ ਵਸਦਾ ਹੈ ਨਾ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਇਹ ਸੰਸਾਰ ਉਹਦੇ ਵਸ ਵਿੱਚ ਆ ਜਾਂਦਾ। ਸਾਡੀਆਂ ਨਜ਼ਰਾਂ ਜਦੋਂ ਅਸੀਂ ਕਿਸੇ ਪਰਾਏ ਤਨ ਔਰ ਪਰਾਏ ਧਨ ਨੂੰ ਦੇਖਦੇ ਹਾਂ, ਤਾਂ ਦੇਖੋ ਕਿਵੇਂ ਨਜ਼ਰਾਂ ਜਾਂ ਸਾਡੇ ਅੰਦਰ ਮੈਲ ਪੈਦਾ ਹੋ ਜਾਂਦੀ। ਸਾਡੇ ਕੰਨ ਵਸ ਵਿੱਚ ਨਹੀਂ ਹਨ। ਅਸੀਂ ਜੋ ਮਰਜ਼ੀ ਸੁਣੀ ਜਾ ਰਹੇ ਹਾਂ, ਕਿਸੇ ਦੀ ਨਿੰਦਾ, ਚੁਗਲੀ, ਗੰਦ ਮੰਦ ਜੋ ਮਰਜ਼ੀ ਸੁਣੀ ਜਾ ਰਹੇ ਹਾਂ। ਸਾਨੂੰ ਕੀ ਸੁਣਨਾ ਚਾਹੀਦਾ? ਸੱਚ ਸੁਣਨੇ ਨੂੰ ਪਠਾਏ, ਪਰ ਇਹ ਚੀਜ਼ਾਂ ਸਾਡੇ ਵਸ ਵਿੱਚ ਨਹੀਂ ਨਾ। ਜ਼ਬਾਨ ਦੇ ਨਾਲ ਅਸੀਂ ਜੋ ਮਰਜ਼ੀ ਬੋਲੀ ਜਾ ਰਹੇ ਹਾਂ, ਬੰਦਾ ਜੋ ਮਰਜ਼ੀ ਬੋਲੀ ਜਾ ਰਿਹਾ ਹੈ। ਕਦੇ ਇਹਨੇ ਸੋਚਿਆ ਨਹੀਂ ਕਿ ਮੇਰੇ ਬੋਲਾਂ ਦਾ ਦੂਜਿਆਂ ਤੇ ਅਸਰ ਕੀ ਪਵੇਗਾ, ਮਨੋਵਿਗਿਆਨਿਕ ਤੌਰ ਤੇ ਕੀ ਪ੍ਰਭਾਵ ਪਏਗਾ, ਇਹਨਾਂ ਦਾ ਸਮਾਜ ਤੇ ਕੀ ਅਸਰ ਹੋਏਗਾ, ਮੇਰੇ ਪਰਿਵਾਰ ਤੇ ਕੀ ਅਸਰ ਹੋਏਗਾ, ਮੇਰੇ ਤੇ ਕੀ ਅਸਰ ਹੋਏਗਾ, ਜਿਸ ਦੇ ਨਾਲ ਮੈਂ ਬੋਲ ਰਿਹਾ ਉਹਦੇ ਦਿਲ ਤੇ ਕੀ ਬੀਤੇਗੀ। ਕਦੇ ਨਹੀਂ ਨਾ ਬੋਲਿਆ, ਬੰਦਾ ਬੋਲੀ ਜਾ ਰਿਹਾ, ਜੋ ਮਰਜ਼ੀ ਬੋਲੀ ਜਾ ਰਿਹਾ, ਜੋ ਮਰਜ਼ੀ ਸੋਚੀ ਜਾ ਰਿਹਾ। ਸਾਡਾ ਦਿਮਾਗ, ਮਨ ਦੇ ਵਿੱਚ ਜੋ ਸੋਚਾਂ ਆਈ ਜਾ ਰਹੀਆਂ ਨੇ, ਨੈਗੇਟਿਵ ਆਈ ਜਾ ਰਹੀਆਂ ਨੇ,
ਓਵਰ ਥਿੰਕਿੰਗ ਦੇ ਅਸੀਂ ਸ਼ਿਕਾਰ ਬਹੁਤੇ ਲੋਕ ਹੋ ਗਏ ਨੇ। ਤਾਂ ਇਹ ਸੰਸਾਰ ਸਾਡਾ ਵਸ ਵਿੱਚ ਨਹੀਂ ਹੈ। ਤਾਂ ਜਿਸ ਦੇ ਘਰ ਵਿੱਚ ਰੱਬ ਹਾਕਮ ਹੈ, ਜਿਸ ਦੇ ਹਿਰਦੇ ਵਿੱਚ ਰੱਬ ਵਸਦਾ ਹੋਵੇ, ਉਹਦਾ ਇਹ ਸੰਸਾਰ ਉਹਦੇ ਵਸ ਵਿੱਚ ਆ ਜਾਂਦਾ ਹੈ। ਉਹਦੀਆਂ ਅੱਖਾਂ ਉਹਦੇ ਵਸ ਵਿੱਚ ਨੇ, ਉਹਦਾ ਮਨ ਉਹਦੇ ਵਸ ਵਿੱਚ ਹੈ ਕਿ ਮੈਂ ਕੀ ਸੋਚਣਾ ਹੈ। ਉਹ ਆਪਣੇ ਅੰਦਰ ਇਹਨਾਂ ਚੀਜ਼ਾਂ ਨੂੰ ਰੱਖਦਾ ਹੈ। ਉਹਦੇ ਹੱਥ ਵਸ ਵਿੱਚ ਨੇ, ਐਵੇਂ ਨਹੀਂ ਕਿ ਸ਼ਰਾਬ ਫੜ ਫੜ ਕੇ ਪੀਵੀ ਜਾਂਦੇ। ਉਹਦੇ ਪੈਰ ਵਸ ਵਿੱਚ ਨੇ, ਐਵੇਂ ਨਹੀਂ ਬਾਬਿਆਂ ਦੇ ਡੇਰਿਆਂ ਵੱਲ ਭੱਜਾ ਫਿਰਦਾ ਉਹ। ਯਾਨੀ ਉਹਦਾ ਸੰਸਾਰ ਜਿਹੜਾ ਹੈ, ਗਿਆਨ ਇੰਦਰੀ ਉਹਦੇ ਵਸ ਵਿੱਚ ਆ ਜਾਂਦੇ ਨੇ, ਪਹਿਲੀ ਗੱਲ। ਤੇ ਦੂਜੀ ਗੱਲ, ਵਸ ਵਿੱਚ ਆਉਣ ਦਾ ਮਤਲਬ ਹੈ ਕਿ ਸੰਸਾਰ ਉਹਦਾ ਮਾਣ ਆਦਰ ਕਰਦਾ ਹੈ। ਤਾਂ ਇਹ ਜਿਹੜਾ ਸੰਸਾਰ ਹੈ, ਇਹਦੇ ਵਿੱਚ ਵੀ ਸਾਨੂੰ ਮਾਣ ਆਦਰ ਮਿਲੇਗਾ ਜੇ ਹਿਰਦੇ ਦੇ ਅੰਦਰ ਪ੍ਰਭੂ ਵਸੇਗਾ ਔਰ ਜੇ ਸਾਡੇ ਆਪਣੇ ਗਿਆਨ ਇੰਦਰੀ ਕੰਟਰੋਲ ਵਿੱਚ ਹੋਣ। ਦੂਜਾ ਸਾਡਾ ਇੱਕ ਸੰਸਾਰ ਹੋਰ ਹੈ ਜੋ ਮੈਂ ਆਪ ਦੇ ਨਾਲ ਪਹਿਲਾਂ ਵਿਚਾਰ ਕੀਤੀ ਸੀ। ਸਾਡੀਆਂ ਧੀਆਂ, ਪੁੱਤਰ, ਭੈਣ, ਭਰਾ, ਰਿਸ਼ਤੇਦਾਰ, ਜਿੱਥੇ ਅਸੀਂ ਜੌਬ ਕਰਦੇ ਹਾਂ, ਨਿੱਕਾ ਜਿਹਾ ਸੰਸਾਰ ਹਰ ਇੱਕ ਦਾ ਵੱਖਰਾ ਹੈ। ਤੇ ਜਿਸ ਦੇ ਹਿਰਦੇ ਦੇ ਅੰਦਰ ਰੱਬ ਵਸਦਾ ਹੈ, ਜੋ ਇਹਨਾਂ ਗੱਲਾਂ ਨੂੰ ਇੰਪਲੀਮੈਂਟ ਕਰ ਰਿਹਾ ਹੈ, ਇਹ ਜਿਹੜਾ ਨਿੱਕਾ ਜਿਹਾ ਸੰਸਾਰ ਹੈ ਨਾ, ਉਹਦੇ ਵਿੱਚੋਂ ਵੀ ਉਹਨੂੰ ਮਾਣ ਆਦਰ ਮਿਲਦਾ ਹੈ। ਫਿਰ ਉਹਦੇ ਵਸ ਵਿੱਚ ਆ ਜਾਂਦਾ ਸੰਸਾਰ। ਇਹਦਾ ਮਤਲਬ ਇਹ ਨਹੀਂ ਕਿ ਉਹਦੇ ਰਿਸ਼ਤੇਦਾਰ ਜੋ ਉਹ ਕਹਿੰਦਾ ਉਹ ਕਰਨ ਲੱਗ ਪੈਂਦੇ ਨੇ, ਲੇਕਿਨ ਉਹ ਉਹਨਾਂ ਤੋਂ ਫਿਰ ਪਰੇਸ਼ਾਨ ਨਹੀਂ ਹੁੰਦਾ, ਉਹਨੂੰ ਮਾਣ ਆਦਰ ਮਿਲਦਾ ਹੈ। ਉਸ ਆਪਣੇ ਨਿੱਕੇ ਜਿਹੇ ਸੰਸਾਰ ਵਿੱਚ ਵੀ ਜਦੋਂ ਕਿਤੇ ਵਿਚਾਰ ਹੁੰਦੀ ਹੈ ਤਾਂ ਲੋਕਾਂ ਨੂੰ ਕਹਿਣਾ ਪੈਂਦਾ ਕਿ ਫਲਾਂ ਬੰਦਾ ਯਾਰ ਬਹੁਤ ਚੰਗਾ ਹੈ। ਜੇ ਕੋਈ ਉਹਦੇ ਖਿਲਾਫ ਬੋਲੇ ਵੀ ਤੇ ਬਾਕੀ ਦੇ ਕਹਿੰਦੇ ਨੇ ਤੇਰੇ ਕੋਲ ਪ੍ਰੂਫ ਕੀ ਹੈ, ਤੈਨੂੰ ਭੁਲੇਖਾ ਲੱਗਾ, ਤਾਂ ਸੰਸਾਰ ਵਸ ਵਿੱਚ ਹੀ ਹੋਇਆ। ਜਿਹੜਾ ਵੱਡਾ ਸੰਸਾਰ ਹੈ ਉਹਦੇ ਵਿੱਚ ਵੀ ਹੁਣ ਜੇ ਕੋਈ ਚੰਗੇ ਬੰਦੇ ਦੇ ਖਿਲਾਫ ਬੋਲੇ ਵੀ, ਬਾਈ ਚਾਂਸ ਬੋਲਦੇ ਨੇ ਨਾ ਲੋਕਾਂ ਨੇ ਗੁਰੂ ਨਾਨਕ ਦੇਵ ਨੂੰ ਵੀ ਕਿਹਾ ਹੈ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਰ ਜੇ ਕੋਈ ਬੋਲਦਾ ਵੀ ਹੈ ਉਹਦੇ ਖਿਲਾਫ, ਤਾਂ ਉਹਦੇ ਕੋਲ ਕੋਈ ਪ੍ਰੂਫ ਕੋਈ ਨਹੀਂ ਨਾ, ਉਹਦੇ ਖਿਲਾਫ ਕੋਈ ਚੀਜ਼ ਪੇਸ਼ ਕਰ ਸਕੇ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ। ਹੁਣ ਜਿਹੜੇ ਗੁਰੂ ਨਾਨਕ ਦੇਵ ਨੂੰ ਭੂਤਨਾ ਬੇਤਾਲਾ ਕੁਰਾਈਆ ਕਹਿ ਰਹੇ ਨੇ, ਉਹ ਕੀ ਪ੍ਰੂਫ ਦੇਣਗੇ, ਕਿਵੇਂ ਸਿੱਧ ਕਰਨਗੇ ਕਿ ਗੁਰੂ ਨਾਨਕ ਦੇਵ ਇਥੋਂ ਗਲਤ? ਕੋਈ ਹੈ ਉਹਨਾਂ ਦੇ ਕੋਲ? ਨਹੀਂ ਹੈ ਨਾ। ਤਾਂ ਸਾਰਾ ਸੰਸਾਰ ਵਸ ਵਿੱਚ ਆ ਗਿਆ ਨਾ। ਇਸੇ ਨੂੰ ਕਹਿੰਦੇ ਨੇ ਮਨ ਜੀਤੈ ਜਗ ਜੀਤ। ਤਾਂ ਜਿਨ੍ਹਾਂ ਦੇ ਸੋਚ ਦੇ ਅੰਦਰ ਰੱਬ ਰੂਪ ਹਾਕਮ ਅਵਸਥਾ ਹੈ, ਸਾਰਾ ਜਗਤ ਉਹਨਾਂ ਦੀ ਮੁੱਠੀ ਵਿੱਚ ਆ ਜਾਂਦਾ ਹੈ। ਉਹ ਆਪਣੇ ਗਿਆਨ ਇੰਦਰੀਆਂ ਤੇ ਕੰਟਰੋਲ ਕਰ ਲੈਂਦਾ ਹੈ, ਉਹ ਵਿਕਾਰਾਂ ਨੂੰ ਕੰਟਰੋਲ ਕਰ ਲੈਂਦਾ ਹੈ। ਤੇ ਜਿਹੜਾ ਮਨ ਸਾਰੇ ਸੰਸਾਰ ਨੂੰ ਜਿੱਤਣਾ ਚਾਹੁੰਦਾ ਸੀ, ਉਹ ਮਨ ਹੀ ਉਹਦੇ ਵਸ ਵਿੱਚ ਆ ਜਾਂਦਾ ਹੈ। ਉਹਦਾ ਮਨ ਵਿਕਾਰਾਂ ਵੱਲ ਦੌੜਦਾ ਨਹੀਂ। ਤਿਸ ਕੋ ਤਲਕੀ ਕਿਸੇ ਦੀ ਨਾਹੀ, ਹਰ ਦੀਵਾਨ ਸਭ ਆਣ ਪੈਰੀ ਪਾਇਆ। ਇੱਥੇ ਤਲਕੀ ਦਾ ਮੀਨਿੰਗ ਹੈਗਾ ਮੁਥਾਜੀ। ਤਲਕੀ ਦਾ ਮਤਲਬ ਮੁਥਾਜੀ, ਕਿਸੇ ਦੀ ਗੁਲਾਮੀ, ਕਿਸੇ ਦੀ ਅਧੀਨਗੀ, ਕਿਸੇ ਦੇ ਮੁਥਾਜ ਹੋਣਾ। ਦੀਵਾਨ ਦਾ ਮਤਲਬ ਰੱਬ ਨੇ, ਹਾਕਮ ਨੇ, ਉਹਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਹੁੰਦੀ। ਜਿਸ ਬੰਦੇ ਦੇ ਸੋਚ ਅੰਦਰ ਰੱਬ ਵਸ ਗਿਆ, ਮੀਨਸ ਜਿਸ ਦੀ ਸੋਚ ਦੇ ਅੰਦਰ ਰੱਬੀ ਗੁਣ ਵਸ ਗਏ, ਜੋ ਮੂਲ ਮੰਤਰ ਦੇ ਅੰਦਰ ਰੱਬੀ ਗੁਣ ਦੱਸੇ ਨੇ, ਉਹ ਗੁਣ ਉਹਦੀ ਸੋਚ ਵਿੱਚ ਵਸ ਗਏ, ਤਾਂ ਉਹਨੂੰ ਕਿਸੇ ਦੀ ਮੁਥਾਜੀ ਨਹੀਂ ਹੈ। ਹੁਣ ਸਾਨੂੰ ਖੁਸ਼ੀ ਵਾਸਤੇ ਕਿੰਨੀਆਂ ਮੁਥਾਜੀਆਂ ਨੇ, ਅਸੀਂ ਮੁਥਾਜ ਹਾਂ, ਪਰ ਉਹ ਬੰਦਾ ਫਿਰ ਬੇਪਰਵਾਹ ਹੋ ਜਾਂਦਾ ਹੈ। ਲਾਪਰਵਾਹ ਨਹੀਂ ਹੁੰਦਾ। ਲਾਪਰਵਾਹੀ ਇੱਕ ਵੱਖਰੀ ਗੱਲ ਹੈ, ਬੇਪਰਵਾਹੀ ਵੱਖਰੀ ਗੱਲ। ਜੋ ਬੇਪਰਵਾਹ ਬੰਦਾ ਹੈ ਉਹ ਸਾਰਿਆਂ ਦੀ ਪਰਵਾਹ ਕਰਦਾ ਹੋਇਆ ਬੇਪਰਵਾਹ ਹੈ, ਉਹ ਲਾਪਰਵਾਹ ਨਹੀਂ ਹੈ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਬਾਖੂਬੀ ਦੇ ਨਾਲ ਨਿਭਾ ਰਿਹਾ ਹੈ, ਰੱਬੀ ਰਜ਼ਾ ਦੇ ਅੰਦਰ ਉਹ ਪੂਰੇ ਤੌਰ ਤੇ ਚੱਲ ਰਿਹਾ ਹੈ। ਲੇਕਿਨ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਜੇ ਕੋਈ ਉਹਦੇ ਨਾਲ ਗੜਬੜ ਕਰਦਾ ਹੈ ਤੇ ਉਹਨੂੰ ਉਸ ਚੀਜ਼ ਦੀ ਪਰਵਾਹ ਨਹੀਂ ਹੈ। ਉਹਨੂੰ ਕੌਣ ਕੀ ਕਹਿੰਦਾ ਉਹਦੀ ਉਹਨੂੰ ਪਰਵਾਹ ਨਹੀਂ ਹੁੰਦੀ। ਭਗਤ ਕਬੀਰ ਜੀ ਨੂੰ ਲੋਕ ਕਹਿੰਦੇ ਨੇ ਕਿ ਯਾਰ ਨਾ ਤੂੰ ਮੁਸਲਮਾਨਾਂ ਵਾਲੇ ਕੰਮ ਕਰਦਾ ਹੈ, ਨਾ ਤੂੰ ਹਿੰਦੂਆਂ ਵਾਲੇ ਕਰਮ ਕਾਂਡ ਕਰਦਾ ਹੈ, ਨਾ ਤੂੰ ਤੀਰਥਾਂ ਤੇ ਜਾਂਦਾ ਹੈ, ਨਾ ਤੂੰ ਜੋਤਾਂ ਜਗਾਨਾ ਹੈ, ਨਾ ਤੂੰ ਹਵਨ ਪੁੰਨ ਕਰਦਾ ਹੈ, ਤੂੰ ਕੈਸਾ ਭਗਤ, ਤੂੰ ਤੇ ਬੇਇੱਜ਼ਤ। ਕਬੀਰ ਜੀ ਨੂੰ ਉਹਨਾਂ ਲੋਕਾਂ ਦੀ ਪਰਵਾਹ ਨਹੀਂ ਹੈ। ਉਹ ਸਾਫ਼ ਕਹਿ ਰਹੇ ਨੇ, ਹਮ ਅਪਤਿ ਹੈ अपनी पत खोई, हमरे खोज परो मत कोई, पत अपत ताकी नहीं लाज, तब जानोगे जब उभरे गुफाज। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਾਂ ਉਹਨਾਂ ਨੂੰ ਦੇਖੋ ਤੱਤੀ ਤਵੀ ਤੇ ਬਿਠਾਇਆ ਜਾ ਰਿਹਾ, ਕਿੰਨਾ ਅਤਿਆਚਾਰ ਕੀਤਾ ਜਾਂਦਾ ਹੈ।
ਦੇਗ ਵਿੱਚ ਉਬਾਲਿਆ ਜਾ ਰਿਹਾ, ਤੱਤੀ ਸ਼ੀਸ਼ ਦੇ ਉੱਤੇ ਰੇਤਾ ਪਾਇਆ ਜਾ ਰਿਹਾ, ਸ਼ੀਸ਼ ਤੇ ਤੱਤਾ ਰੇਤਾ ਪਾਇਆ ਜਾ ਰਿਹਾ। ਪਰ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਉਹਨਾਂ ਨੂੰ ਪਤਾ ਹੈ ਕਿ ਮੈਂ ਸੱਚ ਬੋਲ ਰਿਹਾ, ਸੱਚ ਵਾਸਤੇ ਸ਼ਹੀਦੀ ਦੇ ਰਿਹਾ, ਤਾਂ ਉਹਨਾਂ ਨੂੰ ਤੱਤੇ ਰੇਤੇ ਦੀ ਜਾਂ ਦੂਜੀ ਗੱਲ ਦੀ ਪਰਵਾਹ ਨਹੀਂ ਹੈ। ਉਹ ਸੱਚ ਦੇ ਉੱਤੇ ਅਡਿਗ ਨੇ। ਇਹਨੂੰ ਕਹਿੰਦੇ ਨੇ ਬੇਪਰਵਾਹ ਹੋਣਾ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਤੇ ਹਿਰਦੇ ਦੇ ਅੰਦਰ, ਸੋਚ ਦੇ ਅੰਦਰ ਰੱਬ ਵਸ ਜਾਂਦਾ ਹੈ, ਰੱਬ ਦੇ ਗੁਣ ਆਵਸਤੇ ਨੇ, ਉਹ ਕਿਸੇ ਦਾ ਮੁਤਾਜ ਨਹੀਂ ਹੁੰਦਾ, ਵਿਕਾਰਾਂ ਦਾ ਮੁਤਾਜ ਨਹੀਂ ਹੈ, ਕਰਮ ਕਾਂਡਾਂ ਦਾ ਮੁਤਾਜ ਨਹੀਂ ਹੈ, ਔਰ ਕਿਸੇ ਹੋਰ ਰਾਜੇ ਬਾਦਸ਼ਾਹ ਦਾ ਮੁਤਾਜ ਨਹੀਂ ਹੈ। ਜੇ ਉਹਨੂੰ ਕੋਈ ਮੁਤਾਜ ਕਰਨਾ ਚਾਹੇ ਤੇ ਕਿ ਸੱਚ ਨੂੰ ਛੱਡ ਦੇ, ਤਾਂ ਉਹ ਕਿਸੇ ਦਾ ਮੁਤਾਜ ਨਹੀਂ ਹੈ। ਹਰ ਦੀ ਬਾਣ ਸਭ ਆਣ ਪੈਰੀ ਪਾਇਆ, ਸਗੋਂ ਹਰੀ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਹਦੇ ਪੈਰੀ ਪਾ ਦਿੱਤਾ ਹੈ। ਯਾਨੀ ਸਾਰਿਆਂ ਦੇ ਅੰਦਰ ਉਹਦੀ ਵਡਿਆਈ ਪ੍ਰਗਟ ਕਰ ਦਿੱਤੀ ਹੁੰਦੀ ਹੈ। ਸਾਰੇ ਲੋਕ ਉਹਦਾ ਮਾਣ ਆਦਰ ਕਰਦੇ ਨੇ। ਮਾਨਸਾ ਕਿਉਂ ਦੀਵਾਨਹੁ ਕੋਈ ਨਸ ਭਜ ਨਿਕਲੇ, ਹਰ ਦੀਵਾਨਹੁ ਕੋਈ ਕਿੱਥੇ ਜਾਇਆ। ਮਾਨਸਾ ਕਿਉਂ ਦੀਵਾਨਹੁ, ਮਾਨਸਾ ਦਾ ਮਤਲਬ ਬੰਦੇ, ਮਾਨਸਾ ਦਾ ਦੀਵਾਨ ਇੱਥੇ ਬੰਦਿਆਂ ਦੀ ਕਚਹਿਰੀ। ਜੇ ਕੋਈ ਬੰਦਿਆਂ ਦੀ ਕਚਹਿਰੀ ਹੈ, ਕੋਈ ਦੁਨਿਆਵੀ ਰਾਜਾ ਬਾਦਸ਼ਾਹ ਹੈ, ਕੋਈ ਨਸ ਭੱਜ ਨਿਕਲੇ। ਮਨੁੱਖਾਂ ਦੀ ਕਚਹਿਰੀ ਵਿੱਚੋਂ ਤਾਂ ਬੰਦਾ ਨਸ ਭੱਜ ਕੇ ਨਿਕਲ ਸਕਦਾ ਹੈ। ਕੋਈ ਵਿਕਾਰ ਕਮਾ ਲੈ, ਕੋਈ ਪਾਪ ਕਮਾ ਲੈ, ਤੇ ਬੰਦਾ ਅੰਡਰਗਰਾਉਂਡ ਹੋ ਜਾਂਦਾ, ਨਿਕਲ ਜਾਂਦਾ। ਜਿਵੇਂ ਹੁਣ ਕੁਝ ਲੋਕ ਨੇ ਇੰਡੀਆ ਦੇ ਕਿੰਨੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਇਧਰ ਵਿਦੇਸ਼ਾਂ ਵਿੱਚ ਭੱਜ ਆਏ ਨੇ, ਤਾਂ ਹੁਣ ਉਥੋਂ ਤਾਂ ਉਸ ਇੰਡੀਆ ਦੀ ਜੋ ਅਦਾਲਤ ਹੈ ਉਹਦੀ ਪਹੁੰਚ ਤੋਂ ਦੂਰ ਹੋ ਗਏ, ਭੱਜ ਕੇ ਨਿਕਲ ਗਏ। ਔਰ ਹੋ ਸਕਦਾ ਹੈ ਇਥੋਂ ਵਾਪਸ ਨਾ ਵੀ ਜਾਣ। ਕਾਨੂੰਨ ਕੁਛ ਐਸੇ ਹੁੰਦੇ ਨੇ, ਬੰਦੇ ਭੱਜ ਨਸ ਨਿਕਲ ਗਏ ਨਾ, ਪਾਪ ਤੇ ਅਪਰਾਧ ਕੀਤਾ ਬੜਾ ਵੱਡਾ, ਪਰ ਭੱਜ ਨਸ ਕੇ ਨਿਕਲ ਗਏ। ਕਈ ਲੋਕ ਨੇ ਰਿਸ਼ਵਤ ਦੇ ਕੇ ਬਚ ਜਾਂਦੇ ਨੇ, ਕਈ ਲੋਕ ਆਪਣੇ ਰਾਜਨੀਤੀ ਦੀ ਰਸੂਖ ਕਰਕੇ ਬਚ ਗਏ, ਕਈ ਲੋਕ ਐਸੇ ਨੇ ਕਿ ਉਹ ਜਿਹੜੇ ਸਾਡੇ ਪ੍ਰੂਫ ਹੁੰਦੇ ਨੇ ਕਿ ਉਹਨਾਂ ਦੇ ਘਾਟ ਕਰਕੇ ਬਚ ਜਾਂਦੇ ਨੇ। ਯਾਨੀ ਦੁਨਿਆਵੀ ਜੋ ਕਚਹਿਰੀਆਂ ਨੇ, ਇਥੋਂ ਬੰਦਾ ਝੂਠੇ ਪ੍ਰੂਫ ਪੇਸ਼ ਕਰਕੇ, ਝੂਠ, ਫਰੇਬ, ਰਿਸ਼ਵਤ ਆਦਿ ਦੇ ਨਾਲ ਭੱਜ ਨਸ ਕੇ ਨਿਕਲ ਸਕਦਾ ਹੈ, ਚਾਂਸ ਹੈ ਨੇ। ਮਾਨਸਾ ਕਿਉਂ ਦੀਵਾਨੋਂ ਕੋਈ ਨਸ ਭੱਜ ਨਿਕਲੇ, ਕੋਈ ਨਸ ਭੱਜ ਕੇ ਨਿਕਲ ਸਕਦਾ ਹੈ, ਚਾਂਸ ਹੋ ਸਕਦੇ ਨੇ, ਪਰ ਹਰ ਦੀਵਾਨੋਂ ਕੋਈ ਕਿੱਥੇ ਜਾਇਆ। ਪਰ ਰੱਬ ਦੀ ਹਕੂਮਤ ਚੋਂ, ਰੱਬ ਦੀ ਕਚਹਿਰੀ ਚੋਂ ਭੱਜ ਕੇ ਕੋਈ ਕਿੱਥੇ ਜਾਏਗਾ। ਹੁਣ ਜਿਹੜੇ ਕਰੋੜਾਂ ਹਜ਼ਾਰਾਂ ਕਰੋੜ ਰੁਪਏ ਲੈ ਕੇ ਇੰਡੀਆ ਤੋਂ ਇੱਥੇ ਭੱਜ ਕੇ ਆ ਗਏ, ਇੰਡੀਆ ਦੀ ਅਦਾਲਤ ਵਿੱਚੋਂ ਤੇ ਭੱਜ ਕੇ ਨਿਕਲ ਆਏ, ਪਰ ਹੁਣ ਰੱਬੀ ਕਚਹਿਰੀ ਦੇ ਵਿੱਚੋਂ ਕਿੱਥੇ ਜਾਣਗੇ। ਇੱਥੇ ਵੀ ਉਹਨਾਂ ਨੂੰ ਅੰਦਰ ਡਰ ਤਾਂ ਹੈ ਨਾ, ਖਤਰਾ ਤਾਂ ਹੈ ਨਾ, ਚਿੰਤਾ ਤਾਂ ਹੈ ਨਾ। ਜੋ ਰੱਬ ਦਾ ਨਿਯਮ ਹੈ, ਜੋ ਸੰਸਾਰ ਦੇ ਅੰਦਰ ਰੱਬੀ ਕਾਨੂੰਨ ਨੇ, ਰੱਬੀ ਰਜ਼ਾ ਹੈ, ਉਹਦੇ ਤੋਂ ਤੇ ਜਿਹੜਾ ਬੰਦਾ ਭੱਜ ਸਕਦਾ। ਜਿਹੜਾ ਰੱਬੀ ਰਜ਼ਾ ਦੇ ਅੰਦਰ ਡਰ ਪੈਦਾ ਹੋਣਾ ਹੈ, ਉਹਦੇ ਤੋਂ ਬੰਦਾ ਕਿਵੇਂ ਬਚੇਗਾ। ਹੁਣ ਮੈਂ ਤੁਹਾਡੇ ਨਾਲ ਈਰਖਾ ਕਰ ਰਿਹਾ, ਤਾਂ ਮੈਂ ਰੱਬੀ ਕਾਨੂੰਨ ਤੋਂ ਕਿਵੇਂ ਭੱਜਾਂ, ਤੁਹਾਨੂੰ ਤਾਂ ਨਹੀਂ ਪਤਾ, ਲੇਕਿਨ ਅੰਦਰ ਤਾਂ ਮੇਰੇ ਜਲਨ ਹੈ ਨਾ, ਰੱਬੀ ਨਿਯਮਾਂ ਦੇ ਅੰਦਰ ਤਾਂ ਮੇਰੇ ਅੰਦਰ ਜਲਨ ਪੈਦਾ ਹੋ ਰਹੀ ਹੈ। ਮੈਂ ਕਿਵੇਂ ਭੱਜ ਸਕਦਾ, ਕਿਵੇਂ ਬਚ ਸਕਦਾ। ਜੋ ਦੁਨੀਆ ਦੇ ਕਾਨੂੰਨ ਨੇ, ਲਾ ਆਫ ਨੇਚਰ ਹੈ, ਇਹਦੇ ਵਿੱਚੋਂ ਬੰਦਾ ਕਿਵੇਂ ਭੱਜ ਜਾਏਗਾ। ਜੇ ਕਣਕ ਬੀਜ ਕੇ ਤੇ ਬੰਦਾ ਕਹੇ ਵੀ ਉੱਥੇ ਬਦਾਮ ਉੱਗਣ, ਤੇ ਫਿਰ ਕਵੇ ਕਿ ਮੈਂ ਤੇ ਇੰਨੀ ਮਿਹਨਤ ਕੀਤੀ ਹੈ, ਬਦਾਮ ਤੇ ਉੱਗੇ ਨਹੀਂ। ਤੇ ਜੇ ਬੰਦੇ ਨੂੰ ਕਵੇ ਵੀ ਬੀਜੀ ਕੀ ਸੀ, ਤੇ ਬੰਦਾ ਪੁੱਛੇ ਵੀ ਬੀਜ ਤੇ ਮੈਂ ਕਣਕ ਤੇ ਬੀਜੀ ਸੀ, ਤਾਂ ਫਿਰ ਉੱਥੇ ਝੂਠਾ ਹੀ ਹੋਣਾ ਨਾ, ਵੀ ਭਲੇ ਪੁਰਸ਼ਾ ਕਣਕ ਬੀਜ ਕੇ ਬਦਾਮ ਥੋੜੀ ਉੱਗਣਗੇ। ਕਿੱਕਰਾਂ ਦੇ ਬੀਜ ਕੇ ਅੰਗੂਰ ਥੋੜੀ ਵੱਡੇ ਜਾ ਸਕਦੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਹਨੂੰ ਕਤਾਏ ਦਾ ਪੈਂਦਾ ਲੋੜੇ ਪੱਟ। ਦੁਨਿਆਵੀ ਅਦਾਲਤਾਂ ਵਿੱਚੋਂ ਤੇ ਭੱਜ ਸਕਦੇ ਆ, ਲੇਕਿਨ ਜੋ ਰੱਬੀ ਕਾਨੂੰਨ ਨੇ ਉਹਨਾਂ ਤੋਂ ਕਿਵੇਂ ਭੱਜੋ। ਜੇ ਘਰ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਵਿਸ਼ਵਾਸ ਨਾਲ, ਪਿਆਰ ਨਾਲ ਨਹੀਂ ਰਹਿ ਰਹੇ, ਤਾਂ ਇਸ ਰੱਬੀ ਸਿਸਟਮ ਦੇ ਅੰਦਰ ਤੇ ਘਰ ਵਿੱਚ ਕਲੇਸ਼ ਪੈਗਾ, ਉਸ ਕਲੇਸ਼ ਤੋਂ ਕਿਵੇਂ ਭੱਜੋ, ਕਿਵੇਂ ਬਚੋ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਰੱਬੀ ਰਜ਼ਾ ਹੈ, ਰੱਬੀ ਭਾਣਾ ਹੈ, ਇਹਨਾਂ ਤੋਂ ਭੱਜ ਕੇ ਨਹੀਂ ਨਿਕਲਿਆ ਜਾ ਸਕਦਾ। ਇੱਥੇ ਕਰਮ ਦਾ ਫਲ ਹਰ ਇਨਸਾਨ ਨੂੰ ਸੁੱਖ ਦੁੱਖ ਦੇ ਰੂਪ ਵਿੱਚ ਭੁਗਤਣਾ ਪਵੇਗਾ। ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ। ਐਸਾ ਦੀਵਾਨ ਦਾ ਮਤਲਬ ਐਸਾ ਹਾਕਮ, ਸਾਰਿਆਂ ਦਾ ਮਾਲਕ, ਭਗਤਾਂ ਦੇ ਹਿਰਦੇ ਵਿੱਚ ਵਸਦਾ ਹੈ।
ਤੇ ਭਗਤਾਂ ਦਾ ਮਤਲਬ, ਭਗਤ ਤੁਸੀਂ ਸਮਝਦੇ ਹੋ, ਭਗਤ ਦਾ ਮਤਲਬ ਮਾਲਾ ਫੇਰਨ ਵਾਲਾ ਨਹੀਂ। ਭਗਤ ਦਾ ਮਤਲਬ ਕੋਈ ਲੰਮਾ ਸਾਰਾ ਚੋਲਾ ਪਾਉਣ ਵਾਲਾ ਜਾਂ ਵੱਖਰੇ ਕਿਸਮ ਦਾ ਪਹਿਨਾਵਾ ਪਹਿਨਣ ਵਾਲਾ ਨਹੀਂ, ਸੰਸਾਰ ਨੂੰ ਤਿਆਗਣ ਵਾਲਾ ਨਹੀਂ। ਭਗਤ ਦਾ ਮਤਲਬ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਹੈ ਹੀ ਉਹ ਜੋ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਉਸਾਰਿਆ। ਤੇ ਉਹ ਕੋਈ ਕਮੀਜ਼ ਪਜਾਮੇ ਵਾਲਾ ਵੀ ਹੋ ਸਕਦਾ ਹੈ, ਚੋਲੇ ਵਾਲਾ ਵੀ ਹੋ ਸਕਦਾ ਹੈ, ਉਹ ਕੋਈ ਪੈਂਟ ਸ਼ਰਟ ਵਾਲਾ ਵੀ ਹੋ ਸਕਦਾ ਹੈ, ਚਾਦਰ ਬੰਨੀ ਵਾਲਾ ਵੀ ਹੋ ਸਕਦਾ ਹੈ। ਯਾਨੀ ਉਹਦਾ ਪਹਿਨਾਵੇ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਰੱਬ ਦਾ ਪਿਆਰਾ ਜੋ ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਤੁਰਨ ਵਾਲਾ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਜੋ ਸਚਿਆਰ ਹੈ, ਉਹਨਾਂ ਦੀ ਸੋਚ ਦੇ ਅੰਦਰ ਰੱਬ ਵਸਦਾ ਹੈ। ਰੱਬ ਵਸਣ ਦਾ ਮਤਲਬ ਉਹਨਾਂ ਦੀ ਸੋਚ ਵਿੱਚ ਰੱਬੀ ਗੁਣ ਵਸਦੇ ਨੇ। ਤਿੰਨ ਰਹਿੰਦੇ ਖੂੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਖਲਵਾਇਆ ਦਾ ਮਤਲਬ ਖੜੇ ਕਰ ਦਿੱਤੇ। ਤਿੰਨ ਦਾ ਮਤਲਬ ਉਹ ਸਰੀ ਨੇ। ਰਹਿੰਦੇ ਖੂੰਦੇ ਦਾ ਮਤਲਬ ਬਾਕੀ ਬਚੇ ਹੋਏ ਜਿਹੜੇ ਨਹੀਂ ਸੀ ਮੰਨਦੇ। ਆਣ ਦਾ ਮਤਲਬ ਲਿਆ ਕੇ, ਖਲਵਾਇਆ ਦਾ ਮਤਲਬ ਖੜੇ ਕਰ ਦਿੱਤੇ। ਇਹੋ ਜਿਹਾ ਪ੍ਰਭੂ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਆ ਵਸਿਆ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਪ੍ਰਭੂ ਨੇ ਰਹਿੰਦੇ ਖੂੰਦੇ ਲੋਕਾਂ ਨੂੰ ਵੀ ਉਸ ਰੱਬ ਦੇ ਪਿਆਰੇ ਦੇ ਚਰਨੀ ਲਗਾ ਦਿੱਤਾ। ਚਰਨੀ ਲਗਾਉਣ ਦਾ ਮਤਲਬ ਕਿ ਉਹਦੀ ਸੱਚਾਈ ਉਹਨਾਂ ਦੇ ਮਨ ਵਿੱਚ ਵੀ ਪ੍ਰਗਟ ਹੋ ਗਈ ਔਰ ਆਖਿਰ ਸੱਚ ਪ੍ਰਗਟ ਹੁੰਦਾ ਹੈ। ਮੰਨ ਲਓ ਮੈਂ ਗਲਤੀ ਨਾਲ ਜਾਂ ਜਾਣ ਬੁੱਝ ਕੇ ਕਿਸੇ ਚੰਗੇ ਬੰਦੇ ਦੇ ਖਿਲਾਫ ਬੋਲਾਂ, ਮੈਂ ਬੋਲ ਰਿਹਾ ਕਿਸੇ ਚੰਗੇ ਬੰਦੇ ਦੇ ਖਿਲਾਫ ਜੋ ਬਿਲਕੁਲ ਸਚਿਆਰ ਹੈ, ਚਾਹੇ ਈਰਖਾ ਨਾਲ ਬੋਲ ਰਿਹਾ ਜਾਂ ਅਣਜਾਣ ਪੁਣੇ ਵਿੱਚ ਬੋਲ ਰਿਹਾ। ਤੇ ਜੇ ਚਾਰ ਸਿਆਣੇ ਬੰਦੇ ਜਿਹੜੇ ਨੇ, ਜੇ ਉਹ ਮੇਰੇ ਕੋਲ ਆਣ ਕੇ ਬਹਿਣ ਜਾਂ ਮੈਂ ਉਹਨਾਂ ਕੋਲ ਚਲਾ ਜਾਵਾਂ ਤੇ ਉਹ ਮੇਰੇ ਤੋਂ ਇਹਨਾਂ ਚੰਗਾ ਚੀਜ਼ਾਂ ਦਾ ਪ੍ਰੂਫ ਮੰਗਣ, ਮੇਰੇ ਕੋਲ ਕੋਈ ਪ੍ਰੂਫ ਨਹੀਂ ਹੋਏਗਾ। ਔਰ ਫਿਰ ਮੈਨੂੰ ਉਹ ਸਮਝਾ ਦੇਣਗੇ ਵੀ ਭਲੇ ਪੁਰਸ਼ ਇੱਥੇ ਤੂੰ ਗਲਤ ਹੈ, ਤਾਂ ਮੈਨੂੰ ਆਪਣੀ ਗਲਤੀ ਸਵੀਕਾਰ ਕਰਨੀ ਹੀ ਪੈਣੀ, ਨਾ ਚਾਹੁੰਦਿਆਂ ਹੋਇਆਂ ਵੀ ਕਰਨੀ ਪੈਣੀ ਹੈ, ਕਿਉਂਕਿ ਯੂਨੀਵਰਸਲ ਟਰੂਥ, ਉਹਦੇ ਖਿਲਾਫ ਮੈਂ ਕੁਝ ਬੋਲ ਨਹੀਂ ਸਕਦਾ ਨਾ, ਕੀ ਬੋਲਾਂਗਾ, ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈ। ਤਾਂ ਆਖਿਰ ਇਸੇ ਨੂੰ ਕਹਿੰਦੇ ਨੇ ਚਰਨੀ ਲੱਗਣਾ। ਸਚਾਈ ਪ੍ਰਗਟ ਹੋ ਗਈ, ਇਸੇ ਨੂੰ ਚਰਨੀ ਲੱਗਣਾ ਹੁੰਦਾ। ਹੁਣ ਜਿਵੇਂ ਗੈਲੀਲੀਓ ਸੀ, ਤਾਂ ਉਹਨੇ ਕਿਹਾ ਨਾ ਕਿ ਧਰਤੀ ਘੁੰਮਦੀ ਹੈ ਸੂਰਜ ਦੇ ਚੁਫੇਰੇ, ਪਰ ਸਮੇਂ ਦੇ ਜਿਹੜੇ ਪ੍ਰਚਾਰਕ ਸਨ ਜਾਂ ਧਰਮੀ ਲੋਕ ਸਨ, ਜਿਨ੍ਹਾਂ ਨੇ ਉਹਨੂੰ ਗਲਤ ਸਾਬਤ ਕੀਤਾ, ਉਹਨੂੰ ਜੇਲ੍ਹ ਦੇ ਵਿੱਚ ਪਾਇਆ, ਉਦੋਂ ਉਹਨੂੰ ਜੇਲ੍ਹ ਵਿੱਚ ਰੱਖਿਆ ਗਿਆ, ਉਹ ਵਿਚਾਰਾ ਕੈਦ ਦੇ ਵਿੱਚ ਹੀ ਮਰ ਗਿਆ, ਸਰੀਰ ਤਿਆਗ ਗਿਆ। ਲੇਕਿਨ ਹੁਣ ਉਹਨਾਂ ਲੋਕਾਂ ਨੇ ਮੁਆਫੀ ਮੰਗੀ ਕਿ ਅਸੀਂ ਗਲਤ ਸੀ। ਉਦੋਂ ਦੇ ਜਿਹੜੇ ਹਾਕਮ ਆਪਣੇ ਪੁਜਾਰੀ ਵਰਗ ਸੀ, ਉਹ ਗਲਤ ਸੀ, ਮੁਆਫੀ ਮੰਗੀ ਨਾ। ਇਸੇ ਨੂੰ ਕਹਿੰਦੇ ਨੇ ਚਰਨੀ ਲੱਗਣਾ, ਕਿਉਂਕਿ ਬੇਸ਼ੱਕ ਸੈਂਕੜੇ ਸਾਲ ਬਾਅਦ ਸੱਚ ਪ੍ਰਗਟ ਹੋਇਆ, ਲੇਕਿਨ ਸੱਚ ਤਾਂ ਮੰਨਣਾ ਪਵੇਗਾ ਨਾ, 1000 ਸਾਲ ਬਾਅਦ ਵੀ ਮੰਨਣਾ ਪਵੇਗਾ। ਮੈਂ ਨਹੀਂ ਸੱਚ ਮੰਨਾਂਗਾ, ਮੇਰੇ ਪੁੱਤਰ ਪੋਤਰੇ, ਅੱਗੋਂ ਪੜਪੋਤਰੇ, ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ, ਉਹਨਾਂ ਨੂੰ ਮੰਨਣਾ ਪਵੇਗਾ ਵੀ ਸੱਚ ਤਾਂ ਸੱਚ ਸੀ। ਇਸੇ ਨੂੰ ਕਹਿੰਦੇ ਨੇ ਕਿ ਸਾਰੇ ਭਗਤਾਂ ਦੇ ਅੱਗੇ ਲਿਆ ਖਲਾਰੇ, ਉਹ ਭਗਤਾਂ ਦਾ ਜਿਹੜਾ ਸੱਚ ਸੀ ਉਹ ਪ੍ਰਗਟ ਹੋ ਗਿਆ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪ੍ਰਭੂ ਆਵਸਥਾ ਹੈ, ਲੋਕ ਉਹਦੇ ਚਰਨਾਂ ਵਿੱਚ ਝੁਕਦੇ ਨੇ, ਭਾਵ ਕਿ ਉਹਦੀ ਸੱਚਾਈ ਨੂੰ ਮੰਨਿਆ ਜਾਂਦਾ ਹੈ, ਉਹਨੂੰ ਆਦਰ ਮਾਣ ਮਿਲਦਾ ਹੈ। ਤੇ ਜਿਹੜੇ ਲੋਕ ਨਹੀਂ ਵੀ ਮੰਨਦੇ, ਆਖਿਰ ਉਹਨਾਂ ਨੂੰ ਵੀ ਸੱਚ ਦੇ ਅੱਗੇ ਝੁਕਣਾ ਹੀ ਪੈਂਦਾ ਹੈ। ਹਰ ਨਾਵੇਂ ਕੀ ਵਡਿਆਈ ਪਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲੇ ਕਿਨੇ ਧਿਆਇਆ। ਨਾਵੇਂ ਦਾ ਮਤਲਬ ਨਾਮ, ਨਾਵੇਂ ਦਾ ਮਤਲਬ ਨਾਮ, ਨਾਮ ਦਾ ਮਤਲਬ ਹੁਕਮ, ਵਡਿਆਈ ਦਾ ਮਤਲਬ ਮਹਾਨਤਾ। ਜੋ ਨਾਵੇਂ ਦੀ ਵਡਿਆਈ ਹੈ, ਜੋ ਨਾਮ ਦੀ ਮਹਾਨਤਾ ਹੈ, ਹੁਣ ਇਹ ਜਿਹੜੀ ਮਹਾਨਤਾ ਹੈ ਇਹ ਕਿਹਨਾਂ ਦੇ ਅੰਦਰ ਪ੍ਰਗਟ ਹੁੰਦੀ ਹੈ? ਇਸ ਮਹਾਨਤਾ ਦਾ ਕਿਹਨੂੰ ਪਤਾ ਲੱਗਦਾ ਹੈ, ਕਿਵੇਂ ਪ੍ਰਾਪਤ ਹੁੰਦੀ ਹੈ? ਹਰ ਨਾਵੇਂ ਕੀ ਵਡਿਆਈ, ਜੋ ਪ੍ਰਭੂ ਦੇ ਹੁਕਮ ਦੀ ਮਹਾਨਤਾ ਹੈ, ਕਰਮ ਪ੍ਰਾਪਤ ਹੋਵੇ, ਮਿਹਰ ਨਾਲ ਮਿਲਦੀ ਹੈ। ਤੇ ਉਹ ਮਿਹਰ ਕਿਵੇਂ ਮਿਲਦੀ ਹੈ? ਗੁਰਮੁਖ ਵਿਰਲੇ ਕਿਨੇ ਧਿਆਇਆ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ। ਵਿਰਲੇ ਦਾ ਮਤਲਬ ਜਿਸ ਵਿਰਲੇ ਨੇ, ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ ਹੁੰਦਾ ਹੈ। ਜਿਨ੍ਹਾਂ ਨੇ ਗੁਰੂ ਦੀ ਸ਼ਰਣੀ ਪੈ ਕੇ
ਮੀਨਸ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਕੇ ਗੁਰੂ ਦੇ ਉਪਦੇਸ਼ ਨੂੰ ਧਿਆਨ ਦੇ ਅੰਦਰ ਰੱਖਿਆ, ਉਹਨਾਂ ਨੂੰ ਇਸ ਹੁਕਮ ਦੀ ਵਡਿਆਈ ਮਿਲਦੀ ਹੈ। ਤੇ ਇਹੀ ਕਰਮ ਹੈ, ਇਹੀ ਕਿਰਪਾ ਹੈ। ਨਾਮ ਦੀ ਵਡਿਆਈ, ਹੁਕਮ ਦੀ ਵਡਿਆਈ, ਹੁਕਮ ਦੀ ਮਹਾਨਤਾ ਕਿਰਪਾ ਰਾਹੀਂ ਮਿਲੀ। ਤੇ ਕਿਰਪਾ ਕਿਵੇਂ ਮਿਲੀ? ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵਿਆ। ਯਾਨੀ ਇਹ ਰੱਬ ਦੀ ਬਖਸ਼ਿਸ਼, ਇਹ ਰਹਿਮਤ ਜਿਹੜੀ ਹੈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਇਸ ਰੱਬੀ ਹੁਕਮ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੇ ਸੋਚ ਅੰਦਰ ਵਸਾਉਂਦੇ ਨੇ, ਭਾਵ ਕਿ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਸ਼ਲੋਕ ਮਹਿਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੂਆ, ਬਿਰਥਾ ਜਨਮ ਗਵਾਏ। ਬਿਨ ਸਤਿਗੁਰ ਸੇਵੇ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ, ਗੁਰੂ ਦੀ ਇਸ ਵਿਚਾਰਧਾਰਾ ਨੂੰ ਇੰਪਲੀਮੈਂਟ ਕਰਨ ਤੋਂ ਬਿਨਾ। ਜਗਤ ਮੂਆ ਦਾ ਮਤਲਬ ਉਹ ਸਾਰਾ ਜਗਤ ਆਤਮਕ ਮੌਤ ਤੇ ਮਰ ਗਿਆ ਜੋ ਗੁਰੂ ਦੱਸੇ ਰਾਹਾਂ ਤੇ ਨਹੀਂ ਤੁਰਿਆ, ਜਿਨ੍ਹਾਂ ਨੇ ਸੱਚ ਨੂੰ ਇੰਪਲੀਮੈਂਟ ਨਹੀਂ ਕੀਤਾ, ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਿਆ। ਮਰ ਗਿਆ, ਮਰ ਗਿਆ ਦਾ ਮਤਲਬ ਆਤਮਕ ਮੌਤ ਤੇ ਮਰ ਗਿਆ। ਔਰ ਇਹ ਚੀਜ਼ ਜਦੋਂ ਸਾਡੇ ਅੰਦਰੋਂ ਗੁਣ ਖਤਮ ਹੋ ਜਾਂਦੇ ਨੇ, ਉਦੋਂ ਅਸੀਂ ਆਤਮਕ ਮੌਤ ਤੇ ਮਰੇ ਹੁੰਦੇ ਆ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਆ। ਜਦੋਂ ਅਸੀਂ ਸੱਚ ਨੂੰ ਛੱਡ ਦਿੰਦੇ ਆ, ਝੂਠ ਨੂੰ ਬੇਸ ਬਣਾ ਕੇ ਕਰਮ ਕਰਦੇ ਆ, ਤਾਂ ਉਦੋਂ ਅਸੀਂ ਆਤਮਕ ਮੌਤ ਤੇ ਮਰ ਚੁੱਕੇ ਹੁੰਦੇ ਆ। ਗੁਰੂ ਜੀ ਕਹਿੰਦੇ ਹਨ, ਜੋ ਵੀ ਗੁਰੂ ਦੇ ਦੱਸੇ ਰਾਹ ਤੇ ਨਹੀਂ ਚੱਲਦਾ, ਭਾਵ ਸਚਿਆਰਤਾ ਨੂੰ ਜੋ ਨਹੀਂ ਅਪਣਾਉਂਦਾ, ਉਹ ਮੂਆ ਦਾ ਮਤਲਬ ਉਹ ਆਤਮਕ ਮੌਤ ਤੇ ਮਰ ਜਾਂਦਾ ਹੈ। ਬਿਰਥਾ ਜਨਮ ਗਵਾਏ, ਬਿਰਥਾ ਦਾ ਮਤਲਬ ਵਿਅਰਥ, ਔਰ ਉਹ ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਚਲਾ ਜਾਂਦਾ ਹੈ। ਉਸ ਦੀ ਜ਼ਿੰਦਗੀ ਵਿਅਰਥ ਹੋ ਜਾਂਦੀ ਹੈ, ਬੇਕਾਰ ਹੋ ਜਾਂਦੀ ਹੈ, ਉਹਦੇ ਜੀਵਨ ਦਾ ਕੋਈ ਲਾਭ ਨਹੀਂ ਹੁੰਦਾ ਹੈ। ਦੇਖੋ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਨਾ, ਜਿਉਂ ਬਨ ਫਲ ਪਾ ਕੇ ਭੋਏ ਗਿਰੇ ਬਹੁਰ ਨਾ ਲਾਗੇ ਡਾਰ। ਜਿਵੇਂ ਜੰਗਲ ਦਾ ਕੋਈ ਫਲ ਪੱਕਿਆ, ਡਾਲੀ ਨਾਲੋਂ ਡਿੱਗ ਗਿਆ, ਉਹਨੇ ਦੁਬਾਰਾ ਡਾਲੀ ਨਾਲ ਨਹੀਂ ਲੱਗਣਾ। ਡਾਲੀ ਦੇ ਨਾਲ ਫਲ ਘਰਾਂ ਦੇ ਵਿੱਚੋਂ ਡਿੱਗੇ ਬੂਟਿਆਂ ਨਾਲੋਂ ਵੀ ਨਹੀਂ ਲੱਗਦੇ, ਲੇਕਿਨ ਉਹ ਕਿਸੇ ਦੇ ਕੰਮ ਆ ਜਾਂਦੇ। ਪਰ ਜੰਗਲ ਦਾ ਫਲ ਲੱਗਿਆ ਵੀ ਟਹਿਣੀ ਨਾਲ, ਪੱਕਿਆ ਵੀ, ਗਿਰ ਵੀ ਗਿਆ, ਕਿਸੇ ਦੇ ਕੰਮ ਹੀ ਨਹੀਂ ਆਇਆ। ਇਸੇ ਤਰ੍ਹਾਂ ਮੇਰੀ ਇਹ ਜ਼ਿੰਦਗੀ ਜੇ ਕੰਮ ਹੀ ਨਹੀਂ ਆਈ ਕਿਸੇ ਦੇ, ਮੈਂ ਸਮਾਜ ਵਾਸਤੇ ਕੁਝ ਕੀਤਾ ਹੀ ਨਹੀਂ ਜਿਸ ਦਾ ਸਮਾਜ ਨੂੰ ਕੁਝ ਲਾਭ ਹੋ ਸਕੇ, ਚੰਗੀ ਜ਼ਿੰਦਗੀ ਨਹੀਂ ਜੀਵੀ, ਤਾਂ ਮੇਰਾ ਜੀਵਨ ਬੇਕਾਰ ਹੀ ਗਿਆ ਨਾ। ਮੈਨੂੰ ਇਸ ਢੰਗ ਨਾਲ ਜ਼ਿੰਦਗੀ ਜੀਣੀ ਚਾਹੀਦੀ ਹੈ ਜਿਸ ਨਾਲ ਮੈਂ ਵੀ ਸੁਖੀ ਰਹਾ ਔਰ ਮੇਰੇ ਇਸ ਜੀਵਨ ਤੋਂ ਕਿਸੇ ਹੋਰ ਨੂੰ ਸੁਖ ਮਿਲੇ, ਕਿਸੇ ਦਾ ਵਿਕਾਸ ਹੋਵੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ, ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਚੱਲਦੇ, ਉਹ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾ ਜਾਂਦੇ ਨੇ, ਉਹ ਆਤਮਕ ਮੌਤ ਤੇ ਮਰ ਜਾਂਦੇ ਨੇ, ਉਹਨਾਂ ਦੇ ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ। ਦੂਜੇ ਭਾਏ ਅਤ ਦੁੱਖ ਲੱਗਾ, ਮਰ ਜੰਮੈ ਆਵੇ ਜਾਏ। ਦੂਜੇ ਭਾਏ ਦਾ ਮਤਲਬ ਦੂਜੇ ਪਿਆਰ ਕਰਕੇ, ਰੱਬ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ, ਗੁਣਾਂ ਨੂੰ ਛੱਡ ਕੇ ਔਗੁਣਾਂ ਦਾ ਪਿਆਰ। ਅਤ ਦੁੱਖ ਲੱਗਾ ਦਾ ਮਤਲਬ ਉਹਦੀ ਜ਼ਿੰਦਗੀ ਵਿੱਚ ਬਹੁਤ ਕਲੇਸ਼ ਬਣਿਆ ਰਹਿੰਦਾ ਹੈ। ਮਰ ਜੰਮੈ ਆਵੇ ਜਾਏ, ਆਵੇ ਜਾਏ ਦਾ ਮਤਲਬ ਆਵਾਗਮਨ ਚ ਪਿਆ ਰਹਿੰਦਾ ਹੈ, ਭਟਕਣਾ ਵਿੱਚ ਪਿਆ ਰਹਿੰਦਾ ਹੈ, ਉਹਦੀ ਜ਼ਿੰਦਗੀ ਦੇ ਅੰਦਰ ਟਿਕਾਅ ਪੈਦਾ ਨਹੀਂ ਹੁੰਦਾ। ਤੇ ਮਰ ਜੰਮੈ ਦਾ ਮਤਲਬ ਉਹ ਜੰਮਦਾ ਹੈ ਔਰ ਮਰ ਜਾਂਦਾ ਹੈ, ਯਾਨੀ ਜਨਮ ਤੋਂ ਲੈ ਕੇ ਮਰਨ ਤੱਕ ਉਹ ਆਪਣੇ ਜੀਵਨ ਨੂੰ ਐਵੇਂ ਹੀ ਬੇਕਾਰ ਗਵਾ ਜਾਂਦਾ ਹੈ, ਜਿਹੜਾ ਬੰਦਾ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਤੁਰਦਾ। ਉਹਨੂੰ ਦੁਐਤ ਭਾਵ ਕਰਕੇ ਬਹੁਤ ਦੁੱਖ ਲੱਗਦਾ ਹੈ, ਯਾਨੀ ਉਹ ਜੀਵਨ ਦੇ ਅੰਦਰ ਦੁੱਖ ਭੋਗਦਾ ਹੈ। ਬੰਦਾ ਜੰਮਿਆ ਔਰ ਮਰਨ ਤੱਕ ਜ਼ਿੰਦਗੀ ਜੀਵੀ, ਉਸ ਜਨਮ ਤੋਂ ਲੈ ਕੇ ਮਰਨ ਤੱਕ ਆਵੇ ਜਾਏ ਦਾ ਮਤਲਬ ਭਟਕਣਾ ਦੇ ਅੰਦਰ ਪਿਆ ਰਿਹਾ ਔਰ ਆਖਿਰ ਇਸ ਜੀਵਨ ਨੂੰ ਬੇਕਾਰ ਗਵਾ ਕੇ ਦੁਨੀਆ ਤੋਂ ਚਲਾ ਗਿਆ, ਦੁਖੀ ਹੋ ਕੇ ਜੀਵਨ ਜੀਂਦਾ ਰਿਹਾ। ਦੂਜੇ ਭਾਏ ਕਰਕੇ, ਦੂਜੇ ਭਾਏ ਅਤ ਦੁੱਖ ਲੱਗਾ, ਮਰ ਜੰਮੈ ਆਵੇ ਜਾਏ, ਜਨਮ ਤੋਂ ਲੈ ਕੇ ਮਰਨ ਤੱਕ ਭਟਕਦਾ ਰਿਹਾ, ਭਟਕਣਾ ਵਿੱਚ ਪਿਆ ਰਿਹਾ, ਰੱਬੀ ਪਿਆਰ ਨੂੰ ਛੱਡ ਕੇ ਦੁਐਤ ਭਾਵ ਕਰਕੇ ਬਹੁਤ ਦੁੱਖ ਲੱਗਾ ਰਿਹਾ, ਜੀਵਨ ਦੇ ਅੰਦਰ ਕਲੇਸ਼ ਬਣਿਆ ਰਿਹਾ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਵਿਸ਼ਟਾ ਅੰਦਰ ਵਾਸ ਹੈ ਫਿਰ ਜੂਨ ਨਹੀਂ ਪਾਏ। ਵਿਸ਼ਟਾ ਦਾ ਮਤਲਬ ਗੰਦਗੀ, ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ ਆਦਿਕ ਨੇ, ਇਹ ਗੰਦਗੀ ਹੈ।
ਤੇ ਇਸ ਗੰਦਗੀ ਦੇ ਅੰਦਰ ਉਹਦੀ ਸੁਰਤ ਦਾ ਵਾਸ ਰਹਿੰਦਾ ਹੈ। ਤੇ ਇਸ ਗੰਦਗੀ ਦੇ ਕਾਰਨ ਫਿਰ ਜੁੜਨੀ ਪਏ ਦਾ ਮਤਲਬ ਪਸ਼ੂ ਬਿਰਤੀਆਂ ਦੇ ਵਿੱਚ ਪਿਆ ਰਹਿੰਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੇ ਖੋਤੇ ਵਾਲੀ ਬਿਰਤੀ ਪੈਦਾ ਹੋ ਗਈ, ਕਦੇ ਹਾਥੀ ਵਾਲੀ ਬਿਰਤੀ ਪੈਦਾ ਹੋ ਗਈ, ਕਦੇ ਸੱਪ ਵਾਲੀ ਬਿਰਤੀ ਪੈਦਾ ਹੋ ਗਈ। ਇਹਨਾਂ ਪਸ਼ੂ ਬਿਰਤੀਆਂ ਦੇ ਵਿੱਚੋਂ ਪਿਆ ਰਹਿੰਦਾ, ਵਿਕਾਰਾਂ ਦੀ ਗੰਦਗੀ ਵਿੱਚ ਵਿਲਕਦਾ ਔਰ ਪਸ਼ੂ ਬਿਰਤੀਆਂ ਦੇ ਵਿੱਚ ਸਾਰੀ ਜ਼ਿੰਦਗੀ ਬਹਿ ਕੇ ਆਪਣੇ ਜੀਵਨ ਨੂੰ ਬਿਤਾਉਂਦਾ ਹੈ। ਨਾਨਕ ਬਿਨ ਨਾਵੇਂ ਜਮ ਮਾਰ ਸੀ, ਅੰਤ ਗਿਆ ਪਛਤਾਏ। ਬਿਨ ਨਾਵੇਂ ਦਾ ਮਤਲਬ ਨਾਮ, ਰੱਬੀ ਹੁਕਮ ਜਾਂ ਰੱਬੀ ਗੁਣ। ਰੱਬੀ ਹੁਕਮ ਵਿੱਚ ਤੁਰਨ ਤੋਂ ਬਿਨਾਂ, ਰੱਬੀ ਹੁਕਮ ਵਿੱਚ ਨਾ ਤੁਰਨ ਕਰਕੇ। ਜਮ ਮਾਰਸੀ ਦਾ ਮਤਲਬ ਆਤਮਕ ਮੌਤ ਮਾਰੇਗੀ, ਯਾਨੀ ਰੱਬੀ ਗੁਣਾਂ ਦਾ ਧਾਰਨੀ ਨਾ ਹੋਣ ਕਰਕੇ ਆਤਮਕ ਮੌਤੇ ਮਰ ਜਾਂਦਾ ਹੈ। ਅੰਤ ਗਿਆ ਪਛਤਾਏ, ਤੇ ਆਖਿਰ ਇਸ ਦੁਨੀਆ ਤੋਂ ਪਛਤਾਉਂਦਾ ਹੋਇਆ ਹੀ ਚਲਾ ਜਾਂਦਾ ਹੈ। ਉਹਦੇ ਜੀਵਨ ਦੇ ਅੰਦਰ ਕਦੇ ਸੁੱਖ ਨਹੀਂ ਹੁੰਦਾ, ਪਛਤਾਉਂਦਿਆਂ ਹੀ ਮੌਤ ਹੋ ਜਾਂਦੀ ਹੈ, ਪਛਤਾਵੇ ਵਿੱਚ ਹੀ। ਹਰ ਕਰਮ ਤੋਂ ਬਾਅਦ ਪਛਤਾਵਾ, ਹਰ ਕਰਮ ਤੋਂ ਬਾਅਦ ਪਛਤਾਵਾ। ਦੇਖੋ, ਮੈਂ ਝੂਠ ਬੋਲਿਆ ਤੇ ਉਸ ਝੂਠ ਕਰਕੇ ਮੇਰਾ ਕੋਈ ਇੱਕ ਸੱਜਣ ਮਿੱਤਰ ਟੁੱਟ ਗਿਆ ਤਾਂ ਮੈਨੂੰ ਪਛਤਾਵਾ ਹੋਇਆ। ਦੁਬਾਰਾ ਫਿਰ ਝੂਠ ਬੋਲਿਆ, ਕੋਈ ਹੋਰ ਰਿਸ਼ਤੇਦਾਰ ਦਾ ਨਾਤਾ ਟੁੱਟ ਗਿਆ, ਫਿਰ ਪਛਤਾਵਾ ਹੋਇਆ। ਕ੍ਰੋਧ ਕੀਤਾ, ਕ੍ਰੋਧ ਦੇ ਨਾਲ ਕਿਸੇ ਦੇ ਨਾਲ ਅਣਬਣ ਹੋ ਗਈ, ਫਿਰ ਪਛਤਾਵਾ ਹੋਇਆ। ਚੋਰੀ ਕੀਤੀ, ਚੋਰੀ ਕਰਦਾ ਫੜਿਆ ਗਿਆ, 10 ਸਾਲ ਕੈਦ ਹੋ ਗਈ, ਫਿਰ ਪਛਤਾਵਾ। ਸਾਰੀ ਜ਼ਿੰਦਗੀ ਪਛਤਾਵੇ ਵਿੱਚ ਹੀ ਬੀਤ ਗਈ ਨਾ। ਹਰ ਕਰਮ ਹੀ ਐਸਾ ਕਿ ਹਰ ਕਰਮ ਤੋਂ ਬਾਅਦ ਪਛਤਾਵਾ ਹੀ ਪੈਦਾ ਹੋ। ਤਾਂ ਸਾਨੂੰ ਐਸੇ ਕਰਮ ਨਹੀਂ ਕਰਨੇ ਚਾਹੀਦੇ। ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿ ਜੋ ਮੈਂ ਕਰਮ ਕਰਨ ਜਾ ਰਿਹਾ, ਇਸ ਕਰਮ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਪਛਤਾਵਾ ਤੇ ਨਹੀਂ ਹੋਏਗਾ। ਜੇ ਤਾਂ ਸਿਰਫ ਮੇਰੇ ਜੀਵਨ ਵਿੱਚ ਪਛਤਾਵਾ ਹੋਏ ਨਾ, ਤਾਂ ਵੀ ਕੰਮ ਚੱਲ ਜਾਂਦਾ ਕਿ ਯਾਰ ਮੈਂ ਕਰ ਰਿਹਾ, ਮੈਂ ਪਛਤਾਵਾਂਗਾ, ਮੈਂ ਦੁਖੀ ਹੋਵਾਂਗਾ। ਪਰ ਚੱਕਰ ਇਹ ਹੈ ਕਿ ਅਸੀਂ ਆਪ ਦੁਖੀ ਨਹੀਂ ਹੁੰਦੇ, ਅਸੀਂ ਦੂਜਿਆਂ ਨੂੰ ਹੀ ਦੁਖੀ ਕਰਦੇ। ਜਿਹੜਾ ਬੰਦਾ ਪਛਤਾਵੇ ਵਾਲੇ ਕਰਮ ਕਰਦਾ ਹੈ, ਹੁਣ ਉਹਨੇ ਕਤਲ ਕੀਤਾ, ਜੇਲ੍ਹ ਵਿੱਚ ਚਲਾ ਗਿਆ, ਉਹ ਤੇ ਪਛਤਾ ਰਿਹਾ ਹੈ ਕਿ ਮੈਂ ਕਿਉਂ ਕੀਤਾ। ਲੇਕਿਨ ਜਿਨ੍ਹਾਂ ਦਾ ਕਤਲ ਹੋ ਗਿਆ, ਉਹ ਬੱਚੇ ਰੁਲ ਗਏ, ਉਹਨਾਂ ਦਾ ਕੀ ਦੋਸ਼ ਹੈ? ਉਹਨਾਂ ਨੂੰ ਹੀ ਦੁੱਖ ਹੋਇਆ ਨਾ। ਤਾਂ ਇਸ ਲਈ ਜੇ ਤਾਂ ਮੈਨੂੰ ਹੀ ਪਛਤਾਵਾ ਹੁੰਦਾ ਫਿਰ ਵੀ ਕੋਈ ਗੱਲ ਨਹੀਂ ਸੀ, ਲੇਕਿਨ ਪਛਤਾਵੇ ਵਾਲੇ ਕਰਮ ਕਰਨ ਦੇ ਨਾਲ ਇਸ ਸਮਾਜ ਅੰਦਰ ਵੀ ਦੁੱਖ ਪੈਦਾ ਹੁੰਦਾ ਹੈ। ਇਸ ਸਮਾਜ ਅੰਦਰ ਵੀ ਇੱਕ ਦੁੱਖਾਂ ਦੀ ਲਹਿਰ ਚੱਲ, ਵਿਕਾਰਾਂ ਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬਿਨਾਂ ਰੱਬੀ ਰਜ਼ਾ ਵਿੱਚ ਤੁਰਨ ਤੋਂ ਚੱਲਿਆ, ਆਤਮਕ ਮੌਤ ਮਾਰੇਗੀ। ਜਮ ਦਾ ਮਤਲਬ ਆਤਮਕ ਮੌਤ, ਅੰਤ ਗਿਆ ਪਛਤਾਏ, ਔਰ ਐਸਾ ਇਨਸਾਨ ਆਖਰੀ ਪਛਤਾਉਂਦਾ ਹੋਇਆ ਚਲਾ ਜਾਂਦਾ ਹੈ। ਮਹਿਲਾ ਤੀਜਾ, ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇੱਥੇ ਪੁਰਖ ਦਾ ਮਤਲਬ ਹੈ ਰਮਿਆ ਹੋਇਆ ਪ੍ਰਭੂ। ਇਸ ਜਗਤ ਦੇ ਅੰਦਰ ਰਮਿਆ ਹੋਇਆ ਪ੍ਰਭੂ, ਮਾਲਕ ਇੱਕੋ ਹੀ ਹੈ। ਪੁਰਖ ਦਾ ਮਤਲਬ ਪਤੀ, ਮਾਲਕ। ਇੱਥੇ ਪੁਰਖ ਦਾ ਮਤਲਬ ਮਾਲਕ। ਹੋਰ ਸਗਲੀ ਨਾਰ ਸਬਾਈ, ਇੱਥੇ ਨਾਰ ਦਾ ਮਤਲਬ ਨਾਰੀਆਂ ਯਾਨੀ ਦਾਸੀਆਂ। ਬਾਕੀ ਸਾਰੇ ਲੋਕ ਹੁਕਮ ਦੇ ਵਿੱਚ ਤੁਰਨ ਵਾਲੇ ਦਾਸ ਨੇ। ਮਾਲਕ ਇੱਕ ਹੈ, ਰਮਿਆ ਹੋਇਆ ਹੈ, ਉਹ ਇੱਕ ਹੀ ਹੈ। ਬਾਕੀ ਜੋ ਸਾਰੇ ਨੇ, ਇਹ ਸਾਰੇ ਦੇ ਸਾਰੇ ਉਹਦੇ ਹੁਕਮ ਰਜ਼ਾ ਵਿੱਚ ਤੁਰਨ ਵਾਲੇ ਦਾਸ ਨੇ, ਦਾਸੀਆਂ ਨੇ। ਸਭ ਘਟ ਭੋਗਵੈ ਅਲਿਪਤ ਰਹਿ, ਅਲਖ ਨਾ ਲਖਣਾ ਜਾਈ। ਸਭ ਘਟ ਭੋਗਵੈ ਦਾ ਮਤਲਬ ਹਰ ਸਰੀਰ ਦੇ ਅੰਦਰ ਵਿਆਪਕ ਹੈ ਤੇ ਹਰ ਸਰੀਰ ਦੇ ਅੰਦਰ ਘਟਾਂ ਨੂੰ ਭੋਗਦਾ ਹੈ, ਭਾਵ ਕਿ ਸਾਰੇ ਸਰੀਰਾਂ ਵਿੱਚ ਵਿਆਪਕ ਹੈ। ਹਰ ਘਟ ਭੋਗਵੇ ਦਾ ਮਤਲਬ ਹਰ ਸਰੀਰ ਨੂੰ ਭੋਗ ਰਿਹਾ ਹੈ, ਹਰ ਸਰੀਰ ਦੇ ਅੰਦਰ ਵਿਆਪਕ ਹੈ। ਲੇਕਿਨ ਵਿਆਪਕ ਹੁੰਦਾ ਹੋਇਆ ਵੀ ਅਲੇਪ ਹੈ। ਉਹਨੂੰ ਕੋਈ ਲਿਪਾਏਮਾਨ ਨਹੀਂ ਹੈ ਵਿਕਾਰਾਂ ਦੇ ਅੰਦਰ। ਜੋ ਸੰਸਾਰ ਦੇ ਅੰਦਰ ਐਨਰਜੀ ਹੈ ਨਾ, ਰੱਬ ਹੈ, ਉਹ ਵਿਕਾਰਾਂ ਵਿੱਚ ਲੇਪ ਨਹੀਂ ਹੈ, ਅਲਿਪਤ ਹੈ। ਅਲਖ ਦਾ ਮਤਲਬ ਜੋ ਦਿਸਦਾ ਨਹੀਂ, ਲਖਣਾ ਨਾ ਜਾਈ ਦਾ ਮਤਲਬ ਜਿਹੜਾ ਦਿਸਦਾ ਨਹੀਂ ਹੈ, ਅਲਖ ਹੈ ਔਰ ਦਿਸਦਾ ਨਹੀਂ ਹੈ, ਉਹ ਸਾਰਿਆਂ ਹਿਰਦਿਆਂ ਦੇ ਅੰਦਰ ਵਸ ਰਿਹਾ ਹੈ। ਤਾਂ ਇਹ ਚੀਜ਼ਾਂ ਅਸੀਂ ਵਿਚਾਰ ਚੁੱਕੇ ਹਾਂ ਕਿ ਹਰ ਇਨਸਾਨ ਦੇ ਅੰਦਰ ਰੱਬ ਵਸ ਰਿਹਾ ਹੈ ਔਰ ਉਹ ਅਲੇਪ ਹੈ। ਯਾਨੀ ਇਹ ਅਲੇਪਤਾ ਦਾ ਗੁਣ ਸਾਡੇ ਅੰਦਰ ਹੈ। ਅਸੀਂ ਇਸ ਗੁਣ ਨੂੰ ਪ੍ਰਗਟ ਕਰ ਸਕਦੇ ਹਾਂ, ਅਸੀਂ ਅਲੇਪ ਹੋ ਸਕਦੇ ਹਾਂ। ਸੱਚ ਅਲੇਪ ਹੈ, ਦਇਆ ਅਲੇਪ ਹੈ। ਦਇਆ ਸਾਰਿਆਂ ਵਾਸਤੇ ਹੀ ਹੁੰਦੀ ਹੈ। ਹਰ ਹਿਰਦੇ ਦੇ ਅੰਦਰ ਉਹ ਵਸ ਰਿਹਾ ਹੈ, ਅਲੇਪ ਹੈ, ਅਲਖ ਹੈ, ਲੇਕਿਨ ਸਾਡੀ ਨਜ਼ਰ ਹੀ ਨਹੀਂ ਪੈਂਦਾ। ਪਰ ਉਹ ਅਲਖ ਕਿਵੇਂ ਦਿਸੇਗਾ? ਪੂਰੇ ਗੁਰ ਵੇਖਾਲਿਆ,
ਸ਼ਬਦੇ ਸੋਝੀ ਪਾਈ। ਸ਼ਬਦੇ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ ਜਦੋਂ ਪੂਰੇ ਸਤਿਗੁਰ ਨੇ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਤਾਂ ਸਤਿਗੁਰ ਦੇ ਸ਼ਬਦ ਦੁਆਰਾ ਸਮਝ ਪੈ ਗਈ। ਯਾਨੀ ਗੁਰੂ ਦੇ ਸ਼ਬਦ ਰਾਹੀਂ ਸਾਨੂੰ ਸਮਝ ਪੈਂਦੀ ਹੈ ਤੇ ਫਿਰ ਸਾਨੂੰ ਅਲੱਖ ਪ੍ਰਭੂ ਨਜ਼ਰੀ ਪੈਂਦਾ ਹੈ। ਹੁਣ ਦੇਖੋ ਇਹ ਕਿੰਨਾ ਸੋਹਣਾ ਬਚਨ ਸਾਡੇ ਵਾਸਤੇ ਕਿ ਗੁਰੂ ਦੇ ਸ਼ਬਦ ਨੂੰ ਜੇ ਅਸੀਂ ਮੰਨ ਲਈਏ, ਇੰਪਲੀਮੈਂਟ ਕਰ ਲਈਏ, ਤਾਂ ਫਿਰ ਸਾਨੂੰ ਸਾਰਿਆਂ ਦੇ ਅੰਦਰ ਪ੍ਰਭੂ ਨਜ਼ਰ ਆਏਗਾ। ਭਾਵ ਅਸੀਂ ਹਰ ਇੱਕ ਦੇ ਨਾਲ ਪ੍ਰਭੂ ਵਰਗਾ, ਰੱਬ ਵਰਗਾ ਬਿਹੇਵੀਅਰ ਕਰਾਂਗੇ, ਪਿਆਰ ਆਦਰ ਔਰ ਸਤਿਕਾਰ ਕਰਾਂਗੇ। ਸਾਡੇ ਅੰਦਰ ਉਹ ਸ਼ੁਭ ਗੁਣ ਪ੍ਰਗਟ ਹੋ ਜਾਣਗੇ। ਅਸੀਂ ਵੀ ਇਸ ਸੰਸਾਰ ਵਿੱਚ ਨਿਰਲੇਪ ਵਿਕਾਰਾਂ ਤੋਂ ਨਿਰਲੇਪ ਹੋ ਕੇ ਰਹਿ ਸਕਾਂਗੇ। ਤਾਂ ਗੁਰੂ ਪਾਤਸ਼ਾਹ ਜੀ ਅਗਲਾ ਬਚਨ ਕਰਕੇ ਸਾਨੂੰ ਸਮਝਾ ਰਹੇ ਨੇ, ਪੁਰਖੇ ਸੇਵੈ ਸੇ ਪੁਰਖ ਹੋਵੇ। ਪੁਰਖੇ ਸੇਵੈ, ਪੁਰਖੇ ਦਾ ਮਤਲਬ ਰਮੇ ਹੋਏ ਨੂੰ, ਸੇਵੇਂ ਦਾ ਮਤਲਬ ਜੋ ਸੇਵਦੇ ਨੇ, ਉਹਦੇ ਗੁਣਾਂ ਦੇ ਧਾਰਨੀ ਹੁੰਦੇ ਨੇ। ਸੇ ਪੁਰਖ ਹੋਵੇਂ, ਉਹ ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਪਰ ਹੁੰਦੇ ਕੌਣ ਨੇ? ਜਿਨ੍ਹਾਂ ਹਉਮੈ ਸ਼ਬਦ ਜਲਾਈ, ਜਿਨ੍ਹਾਂ ਨੇ ਆਪਣੀ ਹਉਮੈ ਨੂੰ ਗੁਰੂ ਦੇ ਉਪਦੇਸ਼ ਰਾਹੀਂ ਸਾੜ ਦਿੱਤਾ ਹੈ। ਜੋ ਰੱਬੀ ਰਜਾ ਵਿੱਚ ਤੁਰਦੇ ਨੇ ਉਹ ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਤਿਸਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਕੰਟਕ ਦਾ ਮਤਲਬ ਹੈ ਕੰਡਾ, ਯਾਨੀ ਕੰਡੇ ਵਰਗਾ, ਦੁਖਦਾਈ, ਦੁੱਖ ਦੇਣ ਵਾਲਾ। ਤਾਂ ਉਸ ਅਲੱਖ ਹਰੀ ਦਾ ਕੋਈ ਸ਼ਰੀਕ ਨਹੀਂ ਹੈ ਔਰ ਨਾ ਹੀ ਕੋਈ ਉਹਨੂੰ ਦੁਖੀ ਕਰਨ ਵਾਲਾ ਹੈ, ਨਾ ਹੀ ਉਹਨੂੰ ਕੋਈ ਦੁਖੀ ਕਰ ਸਕਦਾ। ਰੱਬ ਦਾ ਕੋਈ ਸ਼ਰੀਕ ਨਹੀਂ, ਰੱਬ ਦਾ ਕੋਈ ਵੈਰੀ ਨਹੀਂ, ਰੱਬ ਦੇ ਕੋਈ ਬਰਾਬਰ ਦਾ ਨਹੀਂ ਹੈ, ਰੱਬ ਨੂੰ ਕੋਈ ਦੁਖੀ ਕਰਨ ਵਾਲਾ ਨਹੀਂ ਹੈ। ਜੇ ਅਸੀਂ ਇਸ ਚੀਜ਼ ਨੂੰ ਸਮਝ ਲਈਏ ਔਰ ਅਸੀਂ ਉਹਨਾਂ ਰੱਬੀ ਗੁਣਾਂ ਨੂੰ ਵਰਤੋਂ ਵਿੱਚ ਲਿਆਈਏ ਤੇ ਫਿਰ ਸਾਡਾ ਵੀ ਵੈਰੀ ਕੌਣ ਹੈ? ਮੈਂ ਤੁਹਾਡਾ ਵੈਰੀ ਕਿਉਂ, ਤੁਸੀਂ ਮੇਰੇ ਵੈਰੀ ਕਿਉਂ? ਐਵੇਂ ਖਾਮਖਾਈ ਬਣਿਆ ਨਾ। ਫਿਰ ਦੁਨੀਆ ਦੇ ਅੰਦਰ ਕੋਈ ਕਿਸੇ ਨੂੰ ਦੁੱਖ ਨਹੀਂ ਦੇਵੇਗਾ। ਨਿਹਚਲ ਰਾਜ ਹੈ ਸਦਾ ਤਿਸ ਕੀਰਾ, ਨਾ ਆਵੇ ਨਾ ਜਾਈ। ਨਿਹਚਲ ਦਾ ਮਤਲਬ ਅਟਲ। ਰੱਬ ਦਾ ਰਾਜ ਅਟਲ ਹੈ, ਨਾ ਉਹ ਆਉਂਦਾ ਹੈ ਨਾ ਜਾਂਦਾ ਹੈ, ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ। ਤੇ ਅਸੀਂ ਉਹਦਾ ਰੂਪ ਹਾਂ ਤੇ ਉਹਦਾ ਰਾਜ ਹਮੇਸ਼ਾ ਅਟਲ ਹੈ, ਉਹ ਹਮੇਸ਼ਾ ਹੈ ਔਰ ਜੰਮਦਾ ਔਰ ਮਰਦਾ ਨਹੀਂ, ਜਨਮ ਵਿੱਚ ਮਰਨ ਵਿੱਚ ਨਹੀਂ ਹੈ। ਅਨਦਿਨ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ। ਜੋ ਸੱਚਾ ਸੇਵਕ ਹੈ ਨਾ, ਉਹ ਦਿਨ ਰਾਤ ਪ੍ਰਭੂ ਦੀ ਸੇਵਾ ਕਰਦਾ ਹੈ। ਸੇਵਾ ਕਰਨ ਦਾ ਮਤਲਬ ਸਿਫਤ ਸਲਾਹ ਕਰਨਾ, ਗੁਣ ਗਾਣਾ, ਰੱਬੀ ਰਜਾ ਦੇ ਵਿੱਚ ਤੁਰਨਾ ਹੀ ਰੱਬ ਦੀ ਸੇਵਾ ਹੈ। ਹਰ ਸੱਚੇ ਕੇ ਗੁਣ ਗਾਈ, ਔਰ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਹੈ, ਯਾਨੀ ਸੱਚੇ ਪ੍ਰਭੂ ਦੇ ਗੁਣਾਂ ਦਾ ਧਾਰਨੀ ਹੁੰਦਾ ਹੈ। ਤਾਂ ਰੱਬ ਦਾ ਸੇਵਕ ਕੌਣ ਹੈ? ਜੋ ਹਮੇਸ਼ਾ ਰੱਬੀ ਰਜਾ ਵਿੱਚ ਤੁਰਦਾ ਹੈ ਔਰ ਜੋ ਰੱਬੀ ਗੁਣਾਂ ਨੂੰ ਹਮੇਸ਼ਾ ਇੰਪਲੀਮੈਂਟ ਕਰਦਾ ਹੈ, ਉਹ ਰੱਬ ਦਾ ਸੱਚਾ ਸੇਵਕ ਹੈ। ਨਾਨਕ ਵੇਖ ਵਿਗਸਿਆ, ਹਰ ਸੱਚੇ ਕੀ ਵਡਿਆਈ। ਵਿਗਸਿਆ ਦਾ ਮਤਲਬ ਖਿੜ ਰਿਹਾ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਦਾਸ ਨਾਨਕ ਉਹ ਸੱਚੇ ਪ੍ਰਭੂ ਦੀ ਵਡਿਆਈ ਨੂੰ ਵੇਖ ਕੇ, ਉਹਦੇ ਚਰਿੱਤਰਾਂ ਨੂੰ, ਉਹਦੇ ਕੌਤਕਾਂ ਨੂੰ ਵੇਖ ਕੇ, ਵਿਗਸਿਆ ਦਾ ਮਤਲਬ ਖੁਸ਼ ਹੋ ਰਿਹਾ ਹੈ, ਖਿੜ ਰਿਹਾ ਹੈ। ਨਾਨਕ ਖੁਸ਼ ਹੈ ਉਹਦੀ ਵਡਿਆਈ ਵੇਖ ਕੇ। ਤਾਂ ਜੇ ਅਸੀਂ ਵੀ ਇਸ ਸੰਸਾਰ ਵਿੱਚ ਰੱਬੀ ਚਰਿੱਤਰਾਂ ਨੂੰ ਵੇਖੀਏ, ਵਡਿਆਈ ਨੂੰ ਵੇਖੀਏ, ਤਾਂ ਸਾਡੀ ਜ਼ਿੰਦਗੀ ਵਿੱਚ ਵੀ ਵਿਸਮਾਦ ਆ ਸਕਦਾ ਹੈ ਨਾ। ਵਿਸਮਾਦ ਨਾਦ, ਵਿਸਮਾਦ ਵੇ ਦੇ ਵਿਚਾਰ ਅਸੀਂ ਆਸਾ ਕੀ ਵਾਰ ਵਿੱਚ ਕਰ ਚੁੱਕੇ ਹਾਂ। ਪੌੜੀ, ਜਿਨ ਕੇ ਹਰ ਨਾਮ ਵਸਿਆ ਸਦ ਹਿਰਦੇ, ਹਰ ਨਾਮੋ ਤਿਨ ਕੋ ਰੱਖਣ ਹਾਰਾ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਦੀ ਸਿਫਤ ਸਲਾਹ ਵਸ ਗਈ, ਨਾਮ ਰੱਬ ਦੀ ਸਿਫਤ ਸਲਾਹ, ਰੱਬੀ ਹੁਕਮ, ਜਿਨ੍ਹਾਂ ਦੀ ਸੋਚ ਦੇ ਅੰਦਰ ਰੱਬੀ ਹੁਕਮ ਵਸ ਗਿਆ ਹੈ। ਹਰ ਨਾਮੋ ਤਿਨ ਕੋ ਰੱਖਣ ਹਾਰਾ, ਹਰੀ ਦਾ ਹੁਕਮ ਹੀ, ਰੱਬੀ ਗੁਣ ਹੀ ਉਹਨਾਂ ਨੂੰ ਬਚਾਉਣ ਵਾਲੇ ਨੇ। ਜਦੋਂ ਮੈਂ ਝੂਠ ਬੋਲਦਾ ਤਾਂ ਰੱਬ ਦਾ ਹੁਕਮ ਮੈਨੂੰ ਬਚਾਉਂਦਾ ਹੈ, ਮੈਂ ਸੱਚ ਦੇ ਨਾਲ ਜੁੜਿਆ ਰਹਿਣਾ। ਈਰਖਾ ਦਵੇਸ਼ ਜਦੋਂ ਮੇਰੇ ਅੰਦਰ ਪੈਦਾ ਹੁੰਦੀ ਹੈ, ਤਾਂ ਜੇ ਮੇਰੇ ਹਿਰਦੇ ਵਿੱਚ ਰੱਬੀ ਪ੍ਰੇਮ ਵਸਿਆ ਹੈ ਤਾਂ ਉਹ ਮੈਨੂੰ ਰੱਬੀ ਪ੍ਰੇਮ ਜਿਹੜਾ ਹੈ ਈਰਖਾ ਦਵੇਸ਼ ਤੋਂ ਬਚਾ ਲੈਂਦਾ ਹੈ, ਆਤਮਕ ਮੌਤ ਤੇ ਮਰਨੋਂ ਬਚਾ ਲੈਂਦਾ ਹੈ। ਹਰ ਨਾਮ ਪਿਤਾ ਹਰ ਨਾਮੋ ਮਾਤਾ, ਹਰ ਨਾਮ ਸਖਾਈ ਮਿੱਤਰ ਹਮਾਰਾ। ਰੱਬ ਦੀ ਸਿਫਤ ਸਲਾਹ, ਰੱਬੀ ਗੁਣ, ਰੱਬੀ ਰਜਾ ਹੀ ਪਿਤਾ ਹੈ, ਰੱਬੀ ਰਜਾ ਹੀ ਮਾਤਾ ਹੈ, ਨਾਮ ਹੀ ਸਾਡਾ ਮਿੱਤਰ ਹੈ ਔਰ ਸਾਡਾ ਸਹਾਇਕ ਹੈ। ਯਾਨੀ ਰੱਬੀ ਹੁਕਮ ਦੇ ਅੰਦਰ ਸਾਨੂੰ ਉਹ ਪਿਆਰ ਮਿਲਦਾ ਹੈ। ਰੱਬੀ ਹੁਕਮ ਸਾਡੀ ਪਾਲਣਾ ਕਰਦਾ, ਜਿਵੇਂ ਮਾਂ-ਬਾਪ ਬੱਚੇ ਦੀ ਪਾਲਣਾ ਕਰਦੇ ਨੇ, ਐਵੇਂ ਰੱਬੀ ਹੁਕਮ ਦੇ ਅੰਦਰ ਸਾਡੇ ਆਤਮਿਕ ਜੀਵਨ ਦੀ ਪਾਲਣਾ ਹੁੰਦੀ ਹੈ। ਤੇ ਰੱਬੀ ਹੁਕਮ ਔਰ ਰੱਬੀ ਗੁਣ ਹੀ ਸਾਡੇ ਜੀਵਨ ਦੇ ਸੱਚੇ ਮਿੱਤਰ ਨੇ। ਹਰ ਨਾਵੇਂ ਨਾਲ ਗੱਲਾਂ, ਇਹਨੂੰ ਗਲਾ ਨਹੀਂ ਪੜਨਾ, ਗੱਲਾਂ। ਹਰ ਨਾਵੇਂ ਨਾਲ ਮਸਲਤ, ਮਸਲਤ ਦਾ ਮਤਲਬ ਸਲਾਹ। ਹਰ ਨਾਮ ਹਮਾਰੀ ਕਰਦਾ ਨਿਤ ਸਾਰਾ, ਸਾਰਾ ਦਾ ਮਤਲਬ ਸਾਡੀ ਸੰਭਾਲ। ਪ੍ਰਭੂ ਦੇ ਨਾਮ ਨਾਲ, ਰੱਬੀ ਹੁਕਮ ਨਾਲ ਹੀ ਸਾਡੀਆਂ ਗੱਲਾਂ ਨੇ, ਰੱਬੀ ਹੁਕਮ ਨਾਲ ਹੀ ਸਾਡੀ ਸਲਾਹ ਹੈ
ਔਰ ਰੱਬੀ ਹੁਕਮ ਹੀ ਸਾਡੀ ਸਾਰ ਲੈਂਦਾ ਹੈ। ਯਾਨੀ ਜੋ ਅਸੀਂ ਗੱਲਬਾਤ ਕਰਨੀ ਹੈ ਉਹਦਾ ਬੇਸ ਵੀ ਰੱਬੀ ਹੁਕਮ ਔਰ ਰੱਬੀ ਗੁਣ ਹੋਣਾ ਚਾਹੀਦਾ ਹੈ। ਜੋ ਅਸੀਂ ਕਿਸੇ ਤੋਂ ਸਲਾਹ ਲੈਣੀ ਦੇਣੀ ਹੈ ਉਹ ਸਲਾਹ ਵੀ ਰੱਬੀ ਹੁਕਮ ਔਰ ਰੱਬੀ ਰਜ਼ਾ ਦੇ ਵਿੱਚ ਹੋਣੀ ਚਾਹੀਦੀ ਹੈ, ਔਰ ਰੱਬੀ ਰਜ਼ਾ ਦੇ ਅੰਦਰ ਹੀ ਸਾਡੇ ਆਤਮਿਕ ਜੀਵਨ ਦੀ ਸਾਰ ਹੋਵੇ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੁਲ, ਹਰ ਨਾਮ ਪਰਵਾਰਾ। ਗੁਰੂ ਜੀ ਕਹਿੰਦੇ ਨੇ ਪ੍ਰਭੂ ਦਾ ਨਾਮ ਸਾਡੀ ਪਿਆਰੀ ਸੰਗਤ ਹੈ, ਭਾਵ ਰੱਬੀ ਰਜ਼ਾ ਦੇ ਨਾਲ ਹੀ ਮੈਂ ਚੱਲ ਰਿਹਾ, ਰੱਬੀ ਗੁਣਾਂ ਦੀ ਮੈਂ ਸੰਗਤ ਕਰ ਰਿਹਾ। ਹਰ ਨਾਮ ਹੀ ਮੇਰੀ ਕੁੱਲ ਹੈ, ਹਰ ਨਾਮ ਹੀ ਪਰਿਵਾਰ ਹੈ, ਯਾਨੀ ਮੇਰੀ ਕੁੱਲ ਔਰ ਪਰਿਵਾਰ ਕੀ ਹੈ? ਰੱਬੀ ਗੁਣ। ਮੈਨੂੰ ਕੁੱਲ ਔਰ ਪਰਿਵਾਰ ਦਾ ਕੋਈ ਮਾਣ ਔਰ ਹੰਕਾਰ ਨਹੀਂ ਹੈ। ਮੇਰਾ ਕੁੱਲ, ਮੇਰਾ ਜੋ ਪਰਿਵਾਰ ਹੈ ਹਰ ਵਕਤ ਮੇਰੇ ਨਾਲ ਹੈ, ਤੇ ਉਹ ਰੱਬੀ ਗੁਣ ਹੀ ਮੇਰੀ ਕੁੱਲ ਹੈ, ਰੱਬੀ ਗੁਣ ਹੀ ਮੇਰੀ ਪਰਿਵਾਰ ਹੈ, ਰੱਬੀ ਗੁਣਾਂ ਦੀ ਹੀ ਮੇਰੀ ਸੰਗਤ ਹੈ। ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ, ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਗੁਰੂ ਜੀ ਕਹਿੰਦੇ ਨੇ ਦਾਸ ਨਾਨਕ ਨੂੰ ਹਰੀ ਦਾ ਨਾਮ ਗੁਰੂ ਨੇ ਦਿੱਤਾ ਹੈ, ਭਾਵ ਇਹ ਸੂਝ ਗੁਰੂ ਨੇ ਬਖਸ਼ੀ ਹੈ ਕਿ ਅਸੀਂ ਰੱਬੀ ਰਜ਼ਾ ਵਿੱਚ ਤੁਰਨਾ ਹੈ। ਰੱਬੀ ਹੁਕਮ ਦੀ ਵਡਿਆਈ ਗੁਰੂ ਨੇ ਸਮਝਾਈ ਹੈ ਕਿ ਰੱਬੀ ਹੁਕਮ ਦੇ ਅੰਦਰ ਹੀ ਸਾਰਾ ਸੰਸਾਰ ਕਾਰ ਕਰ ਰਿਹਾ ਹੈ, ਔਰ ਗੁਰੂ ਨੇ ਹੀ ਇਹ ਦਾਤ ਦਿੱਤੀ ਹੈ ਕਿ ਹਲਤ ਪਲਤ ਦਾ ਮਤਲਬ ਹਰ ਥਾਂ ਦੇ ਉੱਤੇ ਰੱਬੀ ਹੁਕਮ ਦੇ ਅੰਦਰ ਹੀ ਪਾਰ ਉਤਾਰਾ ਹੋ ਸਕਦਾ ਹੈ। ਰੱਬੀ ਗੁਣ ਗਾ ਕੇ ਹੀ ਵਿਕਾਰਾਂ ਤੋਂ, ਦੁੱਖਾਂ ਤੋਂ ਛੁਟਕਾਰਾ ਹੋ ਸਕਦਾ ਹੈ। ਇਹ ਨਾਮ ਦੀ ਦਾਤ, ਇਹ ਹੁਕਮ ਦੀ ਦਾਤ, ਰੱਬੀ ਗੁਣਾਂ ਦੀ ਦਾਤ, ਰੱਬੀ ਸਿਫਤ ਸਲਾਹ ਦੀ ਦਾਤ ਦਾਸ ਦੀ ਝੋਲੀ ਗੁਰੂ ਨੇ ਪਾਈ ਹੈ, ਭਾਵ ਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਅਸੀਂ ਰੱਬੀ ਹੁਕਮ ਦੇ ਨਾਲ ਜੁੜ ਸਕਦੇ ਹਾਂ। ਤਾਂ ਅੱਜ ਦੇ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ।